ਦਰ ਸ੍ਰੀ ਹਰਿਗੋਬਿੰਦ ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਵਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਓਦਦ ਬੰਦੋਂ ਕਰ ਅਨੁਰਾਗ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੁਨੋ ਸਖਾ ਚਿਤ ਲਾਏ ਕੈ ਚੱਲਣੇ ਤੇਰੀ ਪ੍ਰੀਤ। ਮੋਹੇ ਤੋਹੇ ਸਭ ਚਲੈਂਗੇ ਚੱਲਣ ਨਾ ਕੋਈ ਰੀਤ। ਸੁਨੋ ਸਖਾ ਚਿਤ ਲਾਏ ਕੈ ਚੱਲਣੇ ਤੇਰੀ ਪ੍ਰੀਤ। ਮੋਹੇ ਤੋਹੇ ਸਭ ਚਲੈਂਗੇ ਚੱਲਣ ਨਾ ਕੋਈ ਰੀਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ। ਚਬਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਆਪਾਂ ਸਾਰੇ ਸੰਧਿਆ ਦੇ ਸਮੇਂ ਸਜੇ ਹੋਏ ਦੀਵਾਨ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ, ਸੰਤ ਬਾਬਾ ਹਰਨਾਮ ਸਿੰਘ ਜੀ, ਜਿਨ੍ਹਾਂ ਦੇ ਤਪ ਅਸਥਾਨ ਦੇ ਉੱਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਹੈ। ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਸਤਸੰਗਤ ਦੇ ਵਿੱਚ ਆਪਾਂ ਜੁੜ ਬੈਠੇ ਹਾਂ। ਇਸ ਜਗ੍ਹਾ ਤੋਂ ਬਹੁਤ ਦੂਰ ਹੈ, ਹਜ਼ਾਰਾਂ ਮੀਲ ਦੂਰ ਹੈ। ਸੋ ਆਪ ਜੀ ਕਿਰਪਾ ਕਰਕੇ ਸਾਨੂੰ ਇਹ ਸਮਝਾਉਣਾ ਕਰੋ ਸਾਰੀ ਮਿਤ ਮਰਿਆਦਾ ਗੁਰੂ ਘਰ ਦੀ। ਤੋਂ ਸਤਿਗੁਰੂ ਜੀ ਨੇ ਵਿਸ਼ੰਬਰ ਦਾਸ ਦੀ ਬੇਨਤੀ ਨੂੰ ਮੰਨਦਿਆਂ ਹੋਇਆਂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ। 101 ਅਰਦਾਸਾਂ ਵੱਖਰੇ ਵੱਖਰੇ ਸਮਿਆਂ ਦੀਆਂ ਦੱਸੀਆਂ ਹਨ ਜੋ ਵਿਸ਼ੇਸ਼ ਕਰਕੇ ਗੁਰੂ ਕੇ ਸਿੱਖ ਨੇ ਆਪਣੇ ਜੀਵਨ ਦੇ ਵਿੱਚ ਕਰਨੀ ਹੈ। ਜਿਹਦੇ ਵਿੱਚੋਂ 14ਵੇਂ ਅਧਿਆਇ ਦੇ ਵਿੱਚ ਆਪਾਂ 75 ਅਰਦਾਸਾਂ ਦਾ ਨਿਰਣਾ ਕਰ ਲਿਆ, ਸਰਵਣ ਕਰ ਲਿਆ ਵਿਸਥਾਰ ਦੇ ਸਹਿਤ, ਕਿਉਂਕਿ ਇਹ ਪ੍ਰਸੰਗ ਚੱਲਦਿਆਂ ਨੂੰ ਤਕਰੀਬਨ ਹੀ 2 ਹਫ਼ਤੇ ਹੋਣ ਵਾਲੇ ਹੈ, 2 ਤੋਂ ਜ਼ਿਆਦਾ ਸ਼ਾਇਦ ਹੋ ਗਏ ਹੋਣ, ਮੈਂ ਜੇ ਨਾ ਭੁੱਲਦਾ ਹੋਵਾਂ। ਤਾਂ ਆਪਾਂ ਹੌਲੀ ਹੌਲੀ ਇਕੱਲਾ ਇਕੱਲਾ ਸ਼ਬਦ ਖੋਲ੍ਹ ਕੇ ਇਕੱਲੇ ਇਕੱਲੇ ਸ਼ਬਦ ਦੀ ਵਿਆਖਿਆ ਕਰਕੇ ਵਿਚਾਰ ਰਹੇ ਹਾਂ। ਸੋ ਉਸ ਤੋਂ ਬਾਅਦ 15ਵੇਂ ਅਧਿਆਇ ਦਾ ਆਰੰਭ ਹੋਇਆ ਪਰਸੋਂ, ਅਤੇ ਇਸ 15ਵੇਂ ਅਧਿਆਇ ਦੇ ਵਿੱਚ ਜਿਹੜੇ ਗੁਰੂ ਕੇ ਸਿੱਖ ਹੈ ਭਾਈ ਵਿਸ਼ੰਬਰ ਦਾਸ ਦਾ ਪੁੱਤਰ ਹਰਗੋਪਾਲ। ਵਿਸ਼ੰਬਰ ਦਾਸ ਤਾਂ ਪਹਿਲਾਂ ਤੋਂ ਗੁਰੂ ਕਾ ਭਾਵਨਾ ਵਾਲਾ ਸਿੱਖ ਸੀ। ਹਰਗੋਪਾਲ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਚਾਰਨ ਪਾਹੁਲ ਦੇ ਕੇ ਆਪਣਾ ਸਿੱਖ ਬਣਾਇਆ। ਹਾਜ਼ਰੀਨ ਗੁਰੂ ਕੀਆਂ ਸੰਗਤਾਂ
ਉਸ ਵੇਲੇ ਕਹਿਣ ਲੱਗੀਆਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ ਹੈ, ਇਹਦਾ ਇੰਨਾ ਵੱਡਾ ਗੁਨਾਹ ਬਖਸ਼ ਦਿੱਤਾ ਹੈ ਅਤੇ ਹੁਣ ਅਵੱਸ਼ ਹੀ ਇਹ ਗੁਰੂ ਕਾ ਸਿੱਖ ਕਲਿਆਣ ਨੂੰ ਪ੍ਰਾਪਤ ਹੋ ਜਾਏਗਾ, ਭਾਵ ਜੀਵਨ ਮੁਕਤ ਹੋ ਜਾਏਗਾ। ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਸੁਣਿਆ, ਵਿਸ਼ੰਬਰ ਦਾਸ ਨੇ ਬੇਨਤੀ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਜੀ, ਜੇਕਰ ਆਪ ਜੀ ਦਾ ਕੋਈ ਭਾਵਨਾ ਰੱਖਣ ਵਾਲਾ ਸਿੱਖ ਹੋਵੇ, ਮਨੋਮਨੀ ਸਿੱਖ ਬਣਿਆ ਹੋਵੇ, ਹਾਲੇ ਤੱਕ ਆਪ ਜੀ ਦੇ ਚਰਨਾਂ ਤੱਕ ਪਹੁੰਚ ਨਾ ਸਕਿਆ ਹੋਵੇ, ਆਪ ਜੀ ਤੋਂ ਪ੍ਰਭਾਵਿਤ ਹੋਵੇ, ਗੁਰੂ ਕੀ ਬਾਣੀ ਤੋਂ, ਗੁਰੂ ਕੇ ਬਚਨਾਂ ਤੋਂ, ਗੁਰੂ ਘਰ ਦੇ ਉੱਤੇ ਨਿਸ਼ਚਾ ਰੱਖਦਾ ਹੋਵੇ, ਪਰ ਐਸਾ ਨਾ ਹੋ ਪਾਉਂਦਾ ਹੋਵੇ ਕਿ ਉਹ ਆਪ ਜੀ ਦੇ ਚਰਨਾਂ ਵਿੱਚ ਅਨੰਦਪੁਰ ਸਾਹਿਬ ਵਿਖੇ ਆ ਕੇ ਹਾਜ਼ਰ ਹੋ ਸਕੇ, ਅਤੇ ਨਾ ਹੀ ਜੋ ਆਪ ਜੀ ਨੇ ਗੁਰੂ ਘਰ ਦੀ ਮਿੱਤ ਮਰਿਆਦਾ ਰੱਖ ਦਿੱਤੀ ਹੈ, ਚਰਨ ਪਾਹੁਲ ਤੋਂ ਬਦਲ ਕੇ ਹੁਣ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਜੋ ਪੰਜਾਂ ਪਿਆਰਿਆਂ ਨੂੰ ਦੇਣ ਦਾ ਆਪ ਜੀ ਨੇ ਹੁਕਮ ਕੀਤਾ ਹੈ, ਵਿਧਾਨ ਬੰਨ੍ਹਿਆ ਹੈ, ਵਿਧੀ ਬਣਾਈ ਹੈ, ਰੀਤੀ ਬਣਾਈ ਹੈ, ਰਿਵਾਜ ਚਲਾਇਆ ਹੈ ਗੁਰਦੀਖਿਆ ਲੈਣ ਦਾ ਗੁਰਸਿੱਖੀ ਦੇ ਵਿੱਚ। ਗੁਰੂ ਪਾਤਸ਼ਾਹ ਜੀ ਉਹ ਜੇ ਐਸਾ ਵੀ ਨਾ ਹੋ ਸਕਦਾ ਹੋਵੇ, ਪੰਜ ਪਿਆਰਿਆਂ ਕੋਲ ਜਾ ਕੇ ਪਾਹੁਲ ਲੈਣ ਦਾ, ਖੰਡੇ ਬਾਟੇ ਦੇ ਅੰਮ੍ਰਿਤ ਛਕਣ ਦਾ ਸਬੱਬ ਨਾ ਬਣ ਸਕਦਾ ਹੋਵੇ, ਅਤੇ ਉਹ ਸਿੱਖ ਫਿਰ ਕੀ ਕਰਿਆ ਗੁਰਸਿੱਖੀ ਦੇ ਵਿੱਚ ਸ਼ਾਮਲ ਹੋਣ ਦੇ ਲਈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਦੱਸਿਆ ਕਿ ਭਾਈ ਜੇ ਕੋਈ ਐਸਾ ਸ਼ਰਧਾ ਭਾਵਨਾ ਵਾਲਾ ਸਿੱਖ ਹੈ, ਸਭ ਤੋਂ ਪਹਿਲਾਂ ਤਾਂ ਗੁਰੂ ਘਰ ਦੇ ਵਿੱਚ ਸਿੱਖ ਬਣਨ ਦੇ ਲਈ ਉਹਨੂੰ ਗੁਰੂ ਚਰਨਾਂ ਦੇ ਉੱਤੇ, ਗੁਰੂ ਬਚਨਾਂ ਦੇ ਉੱਤੇ ਅਟੱਲ ਵਿਸ਼ਵਾਸ ਹੋਣਾ ਚਾਹੀਦਾ ਹੈ। ਦਸੇ ਹੀ ਪਾਤਸ਼ਾਹੀਆਂ ਅਤੇ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਜੋ ਗੁਰੂ ਕੀ ਬਾਣੀ ਹੈ, ਇਸ ਬਾਣੀ ਦੇ ਉੱਪਰ ਉਹਨੂੰ ਸ਼ਰਧਾ ਭਾਵਨਾ ਹੋਣੀ ਚਾਹੀਦੀ ਹੈ, ਅਤੇ ਦਸਾਂ ਪਾਤਸ਼ਾਹੀਆਂ ਨੂੰ ਇੱਕੋ ਗੁਰਜੋਤ ਕਰਕੇ ਜਾਣੇ, ਜੋਤ ਉਹ ਜੁਗਤ ਸਾਏ ਸਹਿਕਾਇਆ ਫੇਰ ਪਲਟੀ ਹੈ। ਜੋ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨਿਰੰਕਾਰੀ ਜੋਤ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਅਕਾਲ ਪੁਰਖ ਵਾਹਿਗੁਰੂ ਦੀ ਜੋਤੀ ਲੈ ਕੇ ਆਇਆ, ਉਹੀ ਜੋਤੀ ਗੁਰੂ ਅੰਗਦ ਦੇਵ ਮਹਾਰਾਜ ਵਿੱਚ, ਫਿਰ ਤੀਜੇ ਪਾਤਸ਼ਾਹ, ਚੌਥੇ, ਪੰਜਵੇਂ, ਇਸੇ ਤਰ੍ਹਾਂ 10ਵੇਂ ਪਾਤਸ਼ਾਹ ਤੱਕ ਕਹਿੰਦੇ ਸਾਡੇ ਤੱਕ ਪਹੁੰਚੀ ਹੈ। ਸੋ ਇਹ ਦਸੇ ਪਾਤਸ਼ਾਹੀਆਂ ਨੂੰ ਇੱਕ ਸਰੂਪ ਕਰਕੇ ਗੁਰੂ ਕਾ ਸਿੱਖ ਜਾਣੇ। ਉਸ ਤੋਂ ਬਾਅਦ ਜਿਹੜੀ ਤੁਸੀਂ ਸਵਾਲ ਕੀਤਾ ਹੈ, ਤੁਸੀਂ ਸ਼ੰਕਾ ਉਠਾਈ ਹੈ ਕਿ ਜੇ ਐਸਾ ਪ੍ਰਬੰਧ ਨਾ ਹੋ ਸਕਦਾ ਹੋਵੇ, ਉਹ ਗੁਰੂ ਕਾ ਸਿੱਖ ਗੁਰੂ ਚਰਨਾਂ ਵਿੱਚ ਨਾ ਹਾਜ਼ਰ ਹੋ ਸਕੇ, ਅਤੇ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਛਕਣਾ, ਖੰਡੇ ਕੀ ਪਾਹੁਲ ਲੈਣੀ, ਉਹਦਾ ਵੀ ਪ੍ਰਬੰਧ ਨਾ ਹੋ ਸਕੇ, ਤਾਂ ਦੂਰ ਦਰਾਡੇ ਵਸਦੇ ਸਿੱਖਾਂ ਦੇ ਲਈ ਹੁਕਮ ਹੈ, ਜਿੱਥੇ ਇਹ ਨਿਯਮ ਲਾਗੂ ਨਾ ਹੋ ਸਕਦੇ ਹੋਣ, ਸੁਖੈਨ ਨਾ ਹੋਣ, ਸੰਭਵ ਨਾ ਹੋਵੇ, ਉਹਨਾਂ ਵਾਸਤੇ ਹੁਕਮ ਹੈ ਕਿ ਗੁਰੂ ਕੀ ਬਾਣੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਰੁਮਾਲਾ ਸਾਹਿਬ ਹੈ, ਬਸਤਰ ਹੈ ਅੰਗੀਕਾਰ ਕੀਤਾ ਹੋਇਆ ਸਤਿਗੁਰੂ ਦਾ, ਤਾਂ ਉਹਦੀ ਇੱਕ ਕੰਨੀ ਨੂੰ, ਇੱਕ ਕਿਨਾਰੇ ਨੂੰ, ਉਸ ਬਸਤਰ ਨੂੰ ਧੋ ਕੇ, ਅਤੇ ਉਹਦਾ ਜਿਹੜਾ ਜਲ ਹੈ ਅੰਮ੍ਰਿਤ ਜਲ ਸਮਝ ਕੇ, ਇੱਕ ਅੰਮ੍ਰਿਤਧਾਰੀ ਗੁਰੂ ਕਾ ਸਿੱਖ ਉਹ ਨਵੇਂ ਗੁਰਦੀਖਿਆ ਲੈਣ ਵਾਲੇ ਸਿੱਖ ਨੂੰ ਛਕਾਵੇ, ਮੂਲ ਮੰਤਰ ਗੁਰਮੰਤਰ ਦ੍ਰਿੜ ਕਰਾਵੇ, ਉਸੇ ਪ੍ਰਕਾਰ ਜਿਵੇਂ ਖੰਡੇ ਬਾਟੇ ਦੇ ਅੰਮ੍ਰਿਤ ਦੀ ਮਰਿਆਦਾ ਸਾਰੀ ਮਰਿਆਦਾ ਦ੍ਰਿੜ ਕਰੇ, ਅਤੇ ਇਸ ਪ੍ਰਕਾਰ ਉਹ ਵੀ ਗੁਰੂ ਕਾ ਸਿੱਖ ਚਰਨ ਪਾਹੁਲ ਦਾ ਧਾਰਨੀ ਮੰਨਿਆ ਜਾਏਗਾ। ਅਤੇ ਸਤਿਗੁਰੂ ਜੀ ਕਹਿੰਦੇ ਚਰਨ ਪਾਹੁਲ ਵਾਲੇ ਅਤੇ ਅੰਮ੍ਰਿਤਧਾਰੀ ਸਿੱਖ ਨੇ ਆਪਸ ਦੇ ਵਿੱਚ ਕੋਈ ਫਰਕ ਨਹੀਂ ਸਮਝਣਾ, ਜਾਤੀ ਕਰਕੇ, ਧਰਮ ਕਰਕੇ, ਵਰਨ ਕਰਕੇ ਕਿਸੇ ਨੂੰ ਵੱਡਾ ਛੋਟਾ ਨਹੀਂ ਸਮਝਣਾ। ਅਤੇ ਇਸੇ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਜੇਕਰ ਕੋਈ ਵਿਘਨ ਪੈਂਦਾ ਹੋਵੇ, ਕੋਈ ਗੁਰੂ ਕਾ ਸਿੱਖ ਬਣਨਾ ਚਾਹੁੰਦਾ ਹੋਵੇ, ਅਤੇ ਉਹਨੂੰ ਜਗਤ ਦੇ ਰੀਤੀ ਰਿਵਾਜ ਜਿਹੜੇ ਨਾ ਬਣਨ ਦਿੰਦੇ ਹੋਣ, ਜਾਂ ਜਗਤ ਦੇ ਲੋਕ ਜਿਹੜਾ ਸਮੁਦਾਇ ਹੈ, ਉਹਦਾ ਆਲਾ ਦੁਆਲਾ ਪਰਿਵਾਰ, ਰਿਸ਼ਤੇਦਾਰ, ਸਕੇ ਸੰਬੰਧੀ, ਮਿੱਤਰ, ਦੋਸਤ, ਉਹ ਨਾ ਚਾਹੁੰਦੇ ਹੋਣ ਕਿ ਇਹ ਤੂੰ ਗੁਰੂ ਕਾ ਸਿੱਖ ਬਣ, ਤੂੰ ਅੰਮ੍ਰਿਤ ਛਕ, ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਐਸੇ ਨਿਖਿੱਧ ਰੀਤੀ ਰਿਵਾਜਾਂ ਨੂੰ ਛੱਡ ਦੇਣਾ, ਅਤੇ ਗੁਰੂ ਕੇ ਖੰਡੇ ਬਾਟੇ ਦੀ ਪਾਹੁਲ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਪਹਿਲ ਦੇਣੀ ਹੈ। ਗੁਰੂ ਕਾ ਅੰਮ੍ਰਿਤ ਛਕ ਕੇ ਸਿੱਖ ਸਜਣ ਨੂੰ, ਸਿੰਘ ਸਜਣ ਨੂੰ ਪਹਿਲ ਦੇਣੀ ਹੈ। ਜੇ ਹੋ ਸਕੇ ਤਾਂ ਫਿਰ ਦੁਨਿਆਵੀ ਰਿਸ਼ਤੇਦਾਰਾਂ, ਸਕੇ ਸੰਬੰਧੀਆਂ ਦਾ ਵੀ ਤਿਆਗ ਕਰ ਦੇਵੇ। ਕੋਈ ਸਖੀ ਸਰਬਰ ਨੂੰ ਮੰਨਦਾ ਹੈ, ਕੋਈ ਲਾਲਾਂ ਵਾਲੇ ਦੇ ਰੋਟ ਦਿੰਦਾ ਹੈ, ਕੋਈ ਮੜੀਆਂ ਮਸਾਣਾਂ ਦੀ ਪੂਜਾ ਕਰਦਾ ਹੈ, ਕੋਈ ਕਿਸੇ ਦਾ ਪੁਜਾਰੀ ਦੇਹਧਾਰੀ ਦਾ, ਅਤੇ ਕੋਈ ਕਿਸੇ ਦਾ ਪੁਜਾਰੀ ਹੈ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਸਭ ਰੀਤੀਆਂ ਨੂੰ ਛੱਡ ਕੇ ਗੁਰੂ ਕਾ ਅੰਮ੍ਰਿਤ ਛਕਣ ਨੂੰ ਸ੍ਰੇਸ਼ਟ ਸਮਝੇ, ਔਰ ਗੁਰੂ ਕਾ ਅੰਮ੍ਰਿਤ ਛਕ ਕੇ ਸਿੰਘ ਸਜੇ।
ਤੇ ਜੇਕਰ ਕੋਈ ਉਹਦੇ ਰਿਸ਼ਤੇਦਾਰ ਸਕੇ ਸੰਬੰਧੀ, ਕੱਲ ਉਦਾਹਰਨ ਵੀ ਦਿੱਤੀ ਸੀ ਕਿ ਜਿਵੇਂ ਭਾਈ ਮੰਝ ਜੀ, ਉਹਨਾਂ ਨੂੰ ਸਾਰੇ ਕਹਿੰਦੇ ਸਨ ਕਿ ਤੂੰ ਹੁਣ ਗੁਰੂ ਦਾ ਸਿੱਖ ਬਣਨ ਲੱਗਾ, ਤੂੰ ਕਾਹਦੇ ਵਾਸਤੇ, ਕਾਹਤੇ ਤੂੰ ਸਖੀ ਸਰਵਰ ਦੀ ਜਿਹੜੀ ਕਬਰ ਬਣੀ ਹੈ ਤੇਰੇ ਘਰ ਦੇ ਵਿੱਚ, ਉਹਨੂੰ ਢਾਉਣ ਲੱਗਿਆ, ਸਖੀ ਸਰਵਰ ਤੇਰਾ ਪੁੱਠਾ ਗੇੜਾ ਦੇ ਦੇਵੇਗਾ। ਇਸੇ ਪ੍ਰਕਾਰ ਸਖੀ ਸਰਵਰ ਜਿਹੜਾ ਤੇਰਾ ਨੁਕਸਾਨ ਕਰ ਦੂ, ਤੇਰੇ ਪਰਿਵਾਰ ਨੂੰ, ਘਰ ਨੂੰ ਤਬਾਹ ਕਰ ਦੂ, ਤੈਨੂੰ ਉਜਾੜ ਦੇਊਗਾ। ਤਾਂ ਭਾਈ ਮੰਝ ਨੇ ਕਿਹਾ ਸੀ ਮੇਰਾ ਸਭ ਕੁਝ ਉਜੜ ਜਾਵੇ, ਪਰ ਮੈਨੂੰ ਮੇਰੇ ਕਲਗੀਆਂ ਮੈਨੂੰ ਮੇਰੇ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਚਾਹੀਦੀ ਹੈ। ਕਿਉਂਕਿ ਆਪਾਂ ਆਮ ਵੀ ਕਹਾਵਤ ਇੱਕ ਧਾਰਨਾ ਜਿਹੜੀ ਦੀਵਾਨਾਂ ਦੇ ਵਿੱਚ ਪੜ੍ਹਦੇ ਆ, ਮੇਰਾ ਰੁੱਸੇ ਨਾ ਕਲਗੀਆਂ ਵਾਲਾ, ਜਗ ਭਾਵੇਂ ਸਾਰਾ ਰੁੱਸ ਜਾਏ। ਗੁਰੂ ਨਹੀਂ ਗੁੱਸੇ ਹੋਣਾ ਚਾਹੀਦਾ, ਗੁਰੂ ਨਹੀਂ ਰੁੱਸਣਾ ਚਾਹੀਦਾ, ਗੁਰੂ ਦੀ ਮਿੱਤ ਮਰਿਆਦਾ ਉੱਤੇ ਗੁਰੂ ਕੇ ਸਿੱਖ ਨੂੰ ਪਰਪੱਕ ਹੋਣਾ ਚਾਹੀਦਾ ਹੈ। ਜੇਕਰ ਸੰਸਾਰ ਰੁੱਸ ਜਾਵੇ, ਦੁਨੀਆ ਨਾ ਸਾਲਾਹੇ ਜੋ ਮਰ ਵੰਸੀ, ਲੋਕਾਂ ਨਾ ਸਾਲਾਹੇ ਜੋ ਮਰ ਖਾਕ ਥੀ। ਜਿਨ੍ਹਾਂ ਨੇ ਮਰ ਕੇ ਖਾਕ ਹੀ ਹੋ ਜਾਣਾ, ਜਿਹੜੇ ਨਾਸ਼ ਹੀ ਹੋ ਜਾਣ ਵਾਲੇ ਹੈ, ਉਹਨਾਂ ਦੇ ਉੱਤੇ ਆਸ ਕਾਹਦੇ ਵਾਸਤੇ, ਉਹਨਾਂ ਦੀ ਸਿਫਤ ਸਲਾਹ ਦੇ ਵਿੱਚ ਕਾਹਦੇ ਵਾਸਤੇ, ਉਹਨਾਂ ਦੇ ਪਿੱਛੇ ਲੱਗ ਕੇ ਗੁਰੂ ਤੋਂ ਕਾਹਦੇ ਵਾਸਤੇ ਬੇਮੁਖ ਹੋਣਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਕਾ ਸਿੱਖ ਛੱਡ ਦੇਵੇ, ਜਿਵੇਂ ਭਾਈ ਤੀਰਥੇ ਨੇ, ਭਾਈ ਮੰਝ ਨੇ ਸਭ ਨੂੰ ਛੱਡ ਦਿੱਤਾ ਸੀ। ਬੇਅੰਤ ਸੇਵਾ ਕਰਦਾ, ਗੁਰੂ ਕੀਆਂ ਅਪਾਰ ਖੁਸ਼ੀਆਂ ਦਾ ਪਾਤਰ ਬਣਿਆ। ਮੰਝ ਪਿਆਰਾ ਗੁਰੂ ਕੋ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਮੋਹਿ ਥਾ ਜਗ ਲੰਘਣ ਹਾਰਾ। ਸੋ ਸਤਿਗੁਰ ਨੇ ਉਹਨੂੰ ਜਗਤ ਦੇ ਪਾਰ ਕਰਨ ਵਾਲਾ ਇੱਕ ਜਹਾਜ਼ ਹੋਣ ਦਾ ਮਾਣ ਬਖਸ਼ ਦਿੱਤਾ। ਭਾਈ ਮੰਝ ਜੀ, ਜਿਹੜਾ ਵੀ ਤੁਹਾਡੀ ਸੇਵਾ ਦੇ, ਤੁਹਾਡੀ ਸੰਗਤ ਦੇ ਵਿੱਚ ਗੁਰੂ ਕਾ ਸਿੱਖ ਆਵੇਗਾ, ਤੁਹਾਡਾ ਪਾਰ ਉਤਾਰਾ ਹੋਣਾ ਹੀ ਹੋਣਾ, ਤੁਸੀਂ ਉਹਨੂੰ ਵੀ ਤਾਰ ਦਿਓਗੇ ਗੁਰੂ ਕੇ ਬਚਨ, ਗੁਰੂ ਕਾ ਉਪਦੇਸ਼ ਦ੍ਰਿੜ ਕਰਵਾ ਕੇ। ਸੋ ਇੱਥੋਂ ਤੱਕ ਆਪਾਂ ਨੇ ਗੁਰੂ ਕੀ ਮਹਿਮਾ, ਗੁਰੂ ਕੇ ਇਤਿਹਾਸ ਦੀ ਇਹ ਸਾਖੀ ਨੂੰ ਸਰਵਣ ਕਰ ਲਿਆ ਸੀ। ਉਸ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਹੋਰ ਮਰਿਆਦਾ ਦੱਸੀ ਕਿ ਗੁਰੂ ਕਾ ਸਿੱਖ ਨਾਮ ਦੇ ਵਿੱਚ ਹੀ ਪ੍ਰੀਤੀ ਰੱਖੇ, ਨਾਮ ਜਪਦਾ ਰਹੇ ਤੇ ਉਹਦੇ ਪ੍ਰਾਣਾਂ ਦੇ ਵਿੱਚ ਹਮੇਸ਼ਾ ਵਾਹਿਗੁਰੂ ਦਾ ਨਾਮ ਸਾਧ ਸਾਧ ਸਿਮਰੋ ਗੋਬਿੰਦ ਕਰਕੇ ਵਸਿਆ ਰਹੇ। ਸੋ ਜਦ ਤੱਕ ਉਹਦੇ ਪ੍ਰਾਣ ਹਨ, ਉਹਨਾਂ ਵਿੱਚ ਵਾਹਿਗੁਰੂ ਦਾ ਸਿਮਰਨ ਚੱਲਦਾ ਰਹੇ। ਇਸੇ ਤਰ੍ਹਾਂ ਨਾਮ ਦਾ ਉਪਦੇਸ਼ ਆਪ ਜਪੈ ਅਵਰੈ ਨਾਮ ਜਪਾਵੈ ਕਰਕੇ ਕਰੇ, ਨਾਮ ਦੇ ਵਿੱਚ ਹਰ ਪ੍ਰਕਾਰ ਦੇ ਸੁੱਖ ਮਾਣੇ ਤੇ ਸੱਚਾ ਜਿਹੜਾ ਮਿੱਤਰ ਹੈ ਉਹ ਵੀ ਗੁਰੂ ਕੇ ਨਾਮ ਨੂੰ ਜਾਣੇ। ਇਸ ਪ੍ਰਕਾਰ ਜੀ ਦਾ ਧਰਮ ਦੇ ਹੇਤ ਵਿੱਚ ਧਰਮ ਨੂੰ ਸਮਰਪਿਤ ਜੀਵਨ ਹੈ ਜਿਸ ਗੁਰੂ ਕੇ ਸਿੱਖ ਦਾ, ਔਰ ਗੁਰੂ ਕੀ ਰੀਤੀ ਦੇ ਉੱਤੇ, ਗੁਰੂ ਕੀ ਮਿੱਤ ਮਰਿਆਦਾ ਉੱਤੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ ਕਰਕੇ ਚੱਲਦਾ ਹੈ। ਔਰ ਜਿਹੜਾ ਭੋਜਨ ਵੀ ਸਿਰਫ ਦੇਹ ਦੇ ਪਾਲਣ ਦੇ ਲਈ ਹੀ ਛਕਦਾ ਹੈ। ਨਾਨਕ ਸੋ ਪ੍ਰਭ ਸਿਮਰਿਐ ਇਸ ਦੇਹੀ ਕੋ ਪਾਲ, ਔਰ ਅਲਪ ਆਹਾਰ ਸੁਲਪ ਸੀ ਨਿਦਰਾ, ਦਇਆ ਛਿਮਾ ਤਨ ਪ੍ਰੀਤ। ਥੋੜਾ ਛਕੈ ਥੋੜਾ ਸੋਵੈ, ਥੋੜਾ ਹੀ ਖਾਵੈ। ਸੋ ਇਸ ਪ੍ਰਕਾਰ ਜਿਹੜਾ ਗੁਰੂ ਕੇ ਬਚਨਾਂ ਦੇ ਉੱਪਰ ਗੁਰੂ ਕਾ ਸਿੱਖ ਚੱਲਦਾ ਹੈ, ਉਹਦੇ ਉੱਤੇ ਵਿਸ਼ੇਸ਼ ਖੁਸ਼ੀਆਂ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਹੁੰਦੇ ਹਨ। ਗੁਰੂ ਕਾ ਸਿੱਖ ਸੰਸਾਰ ਦੇ ਵਿੱਚ ਰਹੇ ਪਰ ਵੈਰਾਗੀ ਬਣ ਕੇ ਰਹੇ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਮਨ ਦੇ ਵਿੱਚ ਉਦਾਸ ਰਹਿਣਾ, ਮਨ ਵਿੱਚ ਉਦਾਸੀ ਧਾਰਨ ਕਰਕੇ ਰਹਿਣਾ ਕਿ ਇਹ ਸੰਸਾਰ ਚਲਾਏਮਾਨ ਹੈ, ਇਹ ਸਥਿਰ ਨਹੀਂ ਹੈ, ਇਹਨੇ ਸਦਾ ਨਹੀਂ ਰਹਿਣਾ ਹੈ। ਇਸ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਅਧਿਆਤਮਕ ਉਪਦੇਸ਼ ਬਖਸ਼ਿਸ਼ ਕਰਦੇ ਹੋਏ ਕਹਿ ਰਹੇ ਹੈ ਕਿ ਗੁਰੂ ਕਾ ਸਿੱਖ ਸੰਸਾਰ ਦੇ ਕਾਰਾਂ ਵਿਹਾਰਾਂ ਨੂੰ, ਕਾਰਜਾਂ ਨੂੰ, ਘਰ ਪਰਿਵਾਰ ਗ੍ਰਸਤ ਦੀਆਂ ਜ਼ਿੰਮੇਵਾਰੀਆਂ ਫਰਜ਼ਾਂ ਨੂੰ ਨਿਭਾਉਂਦਾ ਹੋਇਆ ਆਤਮਿਕ ਤੌਰ ਦੇ ਉੱਤੇ ਉਦਾਸ ਰਹੇ। ਇਹ ਗੱਲ ਮੰਨ ਕੇ ਚੱਲੇ ਕਿ ਇਹ ਸਭ ਕੁਝ ਮੇਰੇ ਇਸ ਸੰਸਾਰ ਦੇ ਉੱਤੇ ਕੁਝ ਕੁ ਫਰਜ਼ ਹੈ ਜਿਨ੍ਹਾਂ ਨੂੰ ਮੈਂ ਨਿਭਾ ਰਿਹਾ, ਪਰ ਅਸਲ ਜਿਹੜਾ ਮੇਰਾ ਮਾਰਗ ਹੈ, ਮੇਰੀ ਮੰਜ਼ਿਲੇ ਮਕਸੂਦ ਹੈ, ਉਹ ਪਰਮ ਆਤਮਾ ਵਿੱਚੋਂ ਵਿਛੜੀ ਹੋਈ ਜਿਹੜੀ ਆਤਮਾ ਹੈ, ਉਸ ਪਰਮਾਤਮਾ ਦੇ ਨਾਲ ਮੁੜ ਕੇ ਮਿਲਾਪ ਕਰਾਉਣਾ ਹੈ। ਜਿਵੇਂ ਕਹਿੰਦੇ ਕੋਈ ਰਾਹੀ ਪਰਦੇਸ ਚਲਿਆ ਜਾਂਦਾ ਹੈ, ਵਿਦੇਸ਼ ਚਲਿਆ ਜਾਂਦਾ ਹੈ, ਅਤੇ ਉਹਨੂੰ ਇਹ ਹਮੇਸ਼ਾ ਹੀ ਮਾਰਗ ਦੀ ਆਸ ਲੱਗੀ ਰਹਿੰਦੀ ਹੈ ਕਿ ਮੈਂ ਸਵੇਰੇ ਉੱਠ ਕੇ ਅਗਾਂਹ ਕਿੱਥੇ ਪਹੁੰਚਣਾ ਹੈ। ਅਤੇ ਇਸੇ ਪ੍ਰਕਾਰ ਇਹ ਸੰਸਾਰ ਵਿੱਚ ਰਹਿੰਦਾ ਹੋਇਆ ਗੁਰੂ ਕਾ ਸਿੱਖ ਇਹਨੂੰ ਆਪਣਾ ਪੱਕਾ ਟਿਕਾਣਾ ਨਾ ਸਮਝੇ, ਸਗੋਂ ਇਹ ਆਸ ਰੱਖੇ ਕਿ ਸੰਗ ਚਲਤਾ ਹੈ ਹਮ ਵੀ ਚਲਣਾ, ਦੂਰ ਗਵਨ ਸਿਰ ਉੱਪਰ ਮਾਰਨਾ। ਮੇਰੇ ਸੰਗੇ ਸਾਥੀ ਚਲੇ ਜਾ ਰਹੇ ਆ ਇਹ ਦੁਨੀਆ ਦੇ ਉੱਤੋਂ, ਅਤੇ ਮੈਂ ਵੀ ਚਲਿਆ ਜਾਣਾ ਹੈ। ਸੋ ਇਸ ਪ੍ਰਕਾਰ ਕਰਕੇ ਕਹਿੰਦੇ ਉਹ ਮਨ ਦੇ ਵਿੱਚ ਉਦਾਸ ਰਹੇ ਅਤੇ ਆਤਮ ਹਿੱਤ, ਆਤਮਿਕ ਗਿਆਨ, ਆਤਮਿਕ ਸੋਝੀ ਔਰ ਆਤਮਾ ਦਾ ਪਰਮਾਤਮਾ ਦੇ ਨਾਲ ਮੇਲ, ਇਸ ਕਾਰਜ ਦੇ ਲਈ ਗੁਰੂ ਕਾ ਸਿੱਖ ਹਮੇਸ਼ਾ ਹੀ ਯਤਨਸ਼ੀਲ ਰਹੇ।
ਸੋ ਇੱਥੋਂ ਤੱਕ ਆਪਾਂ ਕੱਲ ਸਰਵਣ ਕਰ ਲਿਆ ਸੀ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਵੇਂ ਬਖਸ਼ਿਸ਼ ਕਰ ਰਹੇ ਹਨ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰ ਇਤਿਹਾਸ ਦੀ ਲੜੀ ਨਾਲ ਜੁੜੀਏ ਜੀ। ਵਾਹਿਗੁਰੂ ਸਾਹਿਬ ਜੀ ਸੁਨੋ ਸਖਾ ਚਿਤ ਲਾਏ ਕੈ ਚਲਨੇ ਕੀਰੀ ਪ੍ਰੀਤ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਵਿਸ਼ੰਬਰ ਦਾਸ, ਹੇ ਮੇਰੇ ਮਿੱਤਰ, ਹੇ ਮੇਰੇ ਗੁਰੂ ਕੇ ਸਿੱਖਾ, ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਗੱਲ ਨੂੰ, ਇਸ ਵਚਨ ਨੂੰ ਚਿੱਤ ਲਾ ਕੇ, ਭਾਵ ਬਹੁਤ ਧਿਆਨ ਦੇ ਨਾਲ ਸੁਣਨਾ ਕਰੋ ਕਿ ਗੁਰੂ ਕਾ ਸਿੱਖ ਚੱਲਣੇ ਕੇਰੀ ਪ੍ਰੀਤ, ਚੱਲਣ ਦੇ ਵਿੱਚ ਹੀ ਪ੍ਰੀਤੀ ਰੱਖੇ ਕਿ ਇਹ ਸੰਸਾਰ ਤੋਂ ਚਲੇ ਹੀ ਜਾਣਾ, ਸਦਾ ਸਥਿਰ ਨਹੀਂ ਰਹਿਣਾ। ਕਿਉਂਕਿ ਇਸ ਸੰਸਾਰ ਦੇ ਉੱਤੇ ਗੁਰੂ ਕੇ ਪਿਆਰਿਓ, ਰਾਣਾ ਰਾਉ ਨਾ ਕੋ ਰਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਇ ਨਾ ਬੰਧੈ ਧੀਰ। ਸੰਸਾਰ ਦੇ ਉੱਤੇ ਨਾ ਕੋਈ ਰਿਹਾ ਤੇ ਨਾ ਕਿਸੇ ਨੇ ਰਹਿਣਾ। ਇੱਥੇ ਵੱਡੇ ਵੱਡੇ ਰਾਜੇ ਰਾਣੇ ਤੇ ਇਸੇ ਤਰ੍ਹਾਂ ਜਿਹੜੇ ਹੈਗੇ ਦੁਨੀਆ ਦੇ ਵਿੱਚ ਕੋਈ ਫਕੀਰ ਲੋਕ ਔਰ ਉੱਚੇ ਅਮੀਰ ਧਨੀ ਲੋਕ ਕੋਈ ਨਹੀਂ ਰਿਹਾ। ਨਾ ਅਮੀਰ ਨੇ ਰਹਿਣਾ, ਨਾ ਗਰੀਬ ਨੇ ਰਹਿਣਾ, ਨਾ ਰਾਜੇ ਨੇ ਰਹਿਣਾ ਤੇ ਨਾ ਰੰਕ ਨੇ ਰਹਿਣਾ ਕਿਸੇ ਨੇ। ਰਾਜੇ ਅਤੇ ਰਾਣੇ ਇਹ ਰਾਜਿਆਂ ਦੇ ਵੱਖਰੇ ਵੱਖਰੇ ਅਹੁਦੇ ਹੁੰਦੇ ਆ। ਇੱਕ ਰਾਜੇ ਹੁੰਦੇ ਆ, ਇੱਕ ਰਾਏ ਹੁੰਦੇ ਆ। ਤੇ ਇਸੇ ਤਰ੍ਹਾਂ ਰੰਗ ਨਾਮ ਹੈ ਰੰਕ ਦਾ ਜਿਹੜਾ ਗਰੀਬ ਹੈ। ਤੁੰਗ ਫਕੀਰਾਂ ਨੂੰ ਕਿਹਾ ਜਾਂਦਾ ਹੈ ਤੇ ਫਕੀਰਾਂ ਦੀ ਇੱਕ ਇਹ ਕਿਸਮ ਕਹਿ ਲਓ। ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਇ ਨਾ ਬੰਧੈ ਧੀਰ। ਕੋਈ ਕਿਸੇ ਨੂੰ ਧੀਰਜ ਨਹੀਂ ਦੇ ਸਕਦਾ ਕਿ ਮੈਂ ਤਾਂ ਸਦਾ ਹੀ ਇੱਥੇ ਇਸ ਸੰਸਾਰ ਦੇ ਉੱਤੇ ਸਥਿਰ ਰਹਿਣਾ ਹੈ, ਮੈਂ ਇੱਥੋਂ ਜਾਣਾ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਦਾ ਬਾਣੀ ਵਿੱਚ ਇੱਥੋਂ ਤੱਕ ਕਹਿੰਦੇ ਆ ਭਾਈ ਕਿ ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਜੋ ਵੀ ਦ੍ਰਿਸ਼ਟਮਾਨ ਕਹਿੰਦੇ ਆ, ਜਿਹੜਾ ਦ੍ਰਿਸ਼ਟੀ ਦੇ ਵਿੱਚ ਆ ਰਿਹਾ, ਅੱਖਾਂ ਦੇ ਨਾਲ ਆਪਾਂ ਜਿਸ ਵਸਤੂ ਨੂੰ ਵੇਖ ਰਹੇ ਹਾਂ, ਉਹ ਕਹਿੰਦੇ ਸਾਰਾ ਮਥੇਨਾ ਹੈ, ਮਿਥਿਆ ਹੋਇਆ, ਨਾਸ਼ ਹੋਣ ਵਾਲਾ, ਸਦਾ ਥਿਰ ਰਹਿਣ ਵਾਲਾ ਨਹੀਂ। ਜਿਵੇਂ ਭਗਤ ਬਾਬਾ ਰਵਿਦਾਸ ਜੀ ਦੇ ਬਚਨ ਆਪਾਂ ਪੜ੍ਹੇ, ਸੰਗ ਚਲਤ ਹੈ ਹਮ ਭੀ ਚਲਣਾ, ਦੂਰ ਗਵਨ ਸਿਰ ਉੱਪਰ ਮਰਨਾ। ਹਮੇਸ਼ਾ ਇਹ ਮਨ ਦੇ ਵਿੱਚ ਇਹ ਗੱਲ ਨੂੰ ਪੱਕਿਆਂ ਕਰਕੇ ਰੱਖੇ ਕਿ ਇਹ ਸੰਸਾਰ ਅਸਤ ਹੈ, ਸਤ ਨਹੀਂ ਹੈ। ਸਿਰਫ ਪ੍ਰਮਾਤਮਾ ਦਾ ਨਾਮ ਸਤ ਹੈ ਔਰ ਇਸ ਅਸਤ ਤੋਂ, ਇਸ ਕੂੜੇ ਸੰਸਾਰ ਤੋਂ ਇੱਕ ਦਿਨ ਮੈਂ ਜਾਣਾ ਹੀ ਜਾਣਾ ਹੈ। ਮੌਤ ਆਉਣੀ ਹੀ ਆਉਣੀ ਹੈ। ਜੋ ਉਪਜਿਓ ਸੋ ਬਿਨਸ ਹੈ, ਪਰੋ ਆਜ ਕੈ ਕਾਲ, ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ। ਜਿਹੜਾ ਵੀ ਪੈਦਾ ਹੋਇਆ ਉਹਨੇ ਇੱਕ ਨਾ ਇੱਕ ਦਿਨ ਖਤਮ ਹੋਣਾ। ਜੋ ਉਪਜਿਆ ਹੈ ਉਹਨੇ ਬਿਨਸਣਾ ਹੈ, ਜੋ ਜਨਮਿਆ ਹੈ ਉਹਨੇ ਮਰਨਾ ਹੈ, ਜੋ ਆਇਆ ਹੈ ਉਹਨੇ ਜਾਣਾ ਹੈ। ਆਪਾਂ ਆਮ ਹੀ ਜਦੋਂ ਕੋਈ ਬੰਦਾ ਆਪਣੇ ਕੋਲ ਆਵੇ ਨਾ, ਆਪਾਂ ਕਹਿੰਦੇ ਫਲਾਣਾ ਆਪਣੇ ਕੋਲ ਆ ਗਿਆ। ਤੇ ਦੇਖੋ ਇਸ ਵਾਕ ਦੇ ਵਿੱਚ ਵੀ ਇਹ ਦੋਵੇਂ ਗੱਲਾਂ ਆ ਗਈਆਂ ਵੀ ਆ ਗਿਆ, ਆਇਆ ਤੇ ਗਿਆ, ਮਤਲਬ ਉਹ ਚਲਿਆ ਵੀ ਜਾਵੇਗਾ। ਕਿਉਂਕਿ ਜੋ ਆਇਆ ਉਹਨੇ ਜਾਣਾ ਤਾਂ ਨਿਸ਼ਚਿਤ ਹੀ ਹੈ। ਆਪਾਂ ਕਹਿੰਦੇ ਆ ਗਿਆ, ਉਹ ਦੋਵੇਂ ਗੱਲਾਂ ਹੀ ਆ ਗਈਆਂ ਵੀ ਆਇਆ ਵੀ ਅਤੇ ਇਹ ਜਾਏਗਾ ਵੀ, ਆ ਗਿਆ। ਸੋ ਇਸੇ ਪ੍ਰਕਾਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਸੰਸਾਰ ਦੇ ਵਿੱਚ ਰਿਹਾ ਕੋਈ ਨਹੀਂ, ਰਹਿਣਾ ਕਿਸੇ ਨਹੀਂ। ਸੰਸਾਰ ਨੂੰ ਚਲਾਏਮਾਨ ਜਾਣ ਕੇ ਇਸ ਗੱਲ ਦੇ ਵਿੱਚ ਪ੍ਰੀਤੀ ਰੱਖੇ, ਇਸ ਗੱਲ ਨੂੰ ਦ੍ਰਿੜ ਕਰਕੇ ਰੱਖੇ, ਚੱਲਣੇ ਕੇਰੀ ਪ੍ਰੀਤ, ਕਿ ਇਹ ਸੰਸਾਰ ਦੇ ਵਿੱਚੋਂ ਚਲੇ ਜਾਣਾ ਹੈ। ਆਪਣੇ ਆਂਢੀਆਂ ਗੁਆਂਢੀਆਂ ਵੱਲ ਵੇਖੇ ਨਿਗਾਹ ਮਾਰ ਕੇ, ਕਿੰਨੇ ਲੋਕ ਸਨ ਸਾਡੀ ਜ਼ਿੰਦਗੀ ਦੇ ਵਿੱਚ ਜੋ ਅੱਜ ਇਸ ਦੁਨੀਆ ਤੋਂ ਚਲੇ ਗਏ। ਸਾਡੇ ਨਾਲ ਕਿੰਨਾ ਉਹਨਾਂ ਦਾ ਗੂੜਾ ਸੰਬੰਧ ਸੀ, ਪਰ ਉਹ ਰਹੇ ਨਹੀਂ, ਚਲੇ ਗਏ। ਇੱਥੇ ਵੱਡੇ ਵੱਡੇ ਗੁਰੂ ਪੀਰ ਔਲੀਏ ਅਵਤਾਰ, ਇੱਥੋਂ ਤੱਕ ਕਿ ਸਤਿਗੁਰੂ ਸਾਹਿਬਾਨ ਵੀ ਸਰੀਰਕ ਰੂਪ ਕਰਕੇ ਉਹ ਦੁਨੀਆ ਤੋਂ ਚਲੇ ਗਏ। ਕਿਸੇ ਧਰਮ ਦਾ ਰਹਿਬਰ ਔਲੀਆ ਅਵਤਾਰ ਕੋਈ ਇਹ ਦੁਨੀਆ ਦੇ ਉੱਤੇ ਨਹੀਂ ਰਿਹਾ। ਕਿਉਂਕਿ ਸਭ ਦੇ ਲਈ ਇੱਕੋ ਹੀ ਵਿਧੀ ਵਿਧਾਨ ਹੈ, ਜੋ ਉਪਜਿਓ ਸੋ ਬਿਨਸ ਹੈ। ਬਾਬਾ ਫਰੀਦ ਸਾਹਿਬ ਜੀ ਸਮਝਾਉਂਦੇ ਹੈ ਸਾਨੂੰ, ਬਚਨ ਆਉਂਦੇ ਨੇ ਉਹਨਾਂ ਦੇ, ਕਹਿੰਦੇ ਫਰੀਦਾ ਕਿੱਥੈ ਤੈਂਡੇ ਮਾਪਿਆ, ਜਿੰਨੀ ਤੂੰ ਜਣੇ ਓਹੇ, ਤੈ ਪਾਸੋਂ ਓਏ ਲੱਦ ਗਏ, ਤੂੰ ਅਜੇ ਨਾ ਪਤੀਣ ਓਹੇ। ਕਹਿੰਦੇ ਕਿੱਥੇ ਨੇ ਤੇਰੇ ਮਾਤਾ ਪਿਤਾ ਜਿਨ੍ਹਾਂ ਨੇ ਤੈਨੂੰ ਜਣਿਆ, ਜਿਨ੍ਹਾਂ ਨੇ ਤੈਨੂੰ ਪੈਦਾ ਕੀਤਾ, ਜਨਮ ਦਿੱਤਾ, ਤੇਰੀ ਪ੍ਰਤਪਾਲਣਾ ਕੀਤੀ। ਤੇਰੇ ਕੋਲੋਂ ਤੈ ਪਾਸੋਂ ਇਹ ਲੱਦ ਗਏ, ਉਹ ਚਲੇ ਗਏ, ਤੂੰ ਅਜੇ ਨਾ ਪਤੀਣ ਹੋਏ। ਤੈਨੂੰ ਹਾਲੇ ਤੱਕ ਵੀ ਯਕੀਨ ਨਹੀਂ ਆ ਰਿਹਾ ਇਸ ਗੱਲ ਦਾ ਕਿ ਕਿਸੇ ਨੇ ਇਹ ਦੁਨੀਆ ਦੇ ਉੱਤੇ ਰਹਿਣਾ ਨਹੀਂ, ਸਭ ਨੇ ਚਲੇ ਜਾਣਾ। ਤੇ ਅੱਜ ਗੁਰਮੁਖੋ ਮੈਂ ਬੇਨਤੀ ਕਰਾਂ, ਕੋਈ ਇਹ ਕੁਦਰਤੀ ਗੱਲ ਹੁੰਦੀ ਹੈ। ਰਾਗੀ ਸਿੰਘਾਂ ਨੇ ਵੀ ਜਿਹੜੇ ਸ਼ਬਦ ਪੜ੍ਹੇ
ਉਹ ਸਾਰੇ ਪਹਿਲਾਂ ਵੈਰਾਗਮਈ ਪੜ੍ਹੇ ਆ, ਵੈਰਾਗ ਪੈਦਾ ਕਰਨ ਵਾਲੇ, ਦੁਨੀਆ ਦੀ ਨਾਸ਼ਮਾਨਤਾ ਨੂੰ ਦਰਸਾਉਂਦਿਆਂ ਹੋਇਆਂ। ਔਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ 400 ਸਾਲਾ ਦਿਹਾੜਾ ਜਿਹੜਾ ਇਸ ਸਾਲ ਦੇ ਵਿੱਚ ਆਪਾਂ ਮਨਾ ਰਹੇ ਹਾਂ। ਇਸ ਕਰਕੇ ਮੇਰੇ ਖਿਆਲ 'ਚ ਰਾਗੀ ਸਿੰਘ ਜ਼ਰੂਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਬਚਨ ਸ਼ਬਦ ਉਹ ਸੰਗਤਾਂ ਨੂੰ ਸਰਵਣ ਕਰਵਾਉਂਦੇ ਹੈ। ਅਤੇ ਉੱਧਰ ਵੀ ਪ੍ਰਕਰਨ ਇਹ ਵੈਰਾਗ ਵਾਲਾ ਚੱਲਿਆ, ਅਤੇ ਕੁਦਰਤ ਦੇਖੋ ਕਿ ਕਥਾ ਦੇ ਵਿੱਚ ਵੀ ਉਹੀ ਪ੍ਰਸੰਗ, ਉਹੀ ਵੈਰਾਗ ਵਾਲਾ ਚੱਲ ਰਿਹਾ। ਸੰਸਾਰ ਦੀ ਨਾਸ਼ਮਾਨਤਾ ਨੂੰ ਸਤਿਗੁਰੂ ਜੀ ਦਰਸਾ ਰਹੇ ਹੈ। ਪਰਮਾਤਮਾ ਦੇ ਸੱਤ ਹੋਣ ਨੂੰ, ਸੱਤ ਅਸੱਤ ਦਾ ਨਿਰਣਾ ਸਤਿਗੁਰੂ ਜੀ ਦਰਸਾ ਰਹੇ ਹੈ। ਅਤੇ ਭਾਈ ਜੇਕਰ ਸਾਡੇ ਗੁਆਂਢੀ ਚਲੇ ਗਏ, ਸਾਡੇ ਮਾਤਾ ਪਿਤਾ ਚਲੇ ਗਏ, ਅਤੇ ਫਿਰ ਸਾਨੂੰ ਵੀ ਇਹ ਮੰਨਣਾ ਪਏਗਾ, ਸਾਨੂੰ ਵੀ ਇਹ ਨੀਂਦ ਤੋਂ, ਆਲਸ ਤੋਂ, ਅਗਿਆਨਤਾ ਤੋਂ ਜਾਗਣਾ ਪਵੇਗਾ ਕਿ ਜਾਣਾ ਅਸੀਂ ਵੀ ਹੈ। ਅਤੇ ਉਹ ਜਾਣ ਦੀ ਫਿਰ ਚੰਗੀ ਤਰ੍ਹਾਂ ਗੁਰੂ ਕਾ ਸਿੱਖ ਤਿਆਰੀ ਕਰੇ। ਇਹ ਜਨਮ ਦੇ ਵਿੱਚ, ਇਹ ਸੰਸਾਰ ਦੇ ਵਿੱਚ ਗੁਰੂ ਕੇ ਪਿਆਰੇ ਜਨਮ ਲੈ ਕੇ ਆਪਾਂ ਇਹ ਜਨਮ ਨੂੰ ਸਫਲਾ ਕਰਨ ਵਾਸਤੇ ਆਏ ਹੈ। ਆਇਆ ਸਫਲ ਤਾਹੂ ਕੋ ਗਣੀਐ, ਜਾਸ ਰਸਨ ਹਰ ਹਰ ਜਸ ਭਣੀਐ। ਉਹਨਾਂ ਦਾ ਆਉਣਾ ਸਫਲਾ ਹੁੰਦਾ ਹੈ ਜਿਹੜੇ ਇਸ ਸੰਸਾਰ ਦੇ ਉੱਤੇ ਆ ਕੇ ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗਾ ਅਨ ਲਾਲਚ ਬਿਰਥਾ ਜਨਮ ਪੁਰਾਣੀ। ਜਿਹੜੇ ਨਾਮ ਦੇ ਨਾਲ, ਗੁਰੂ ਕੀ ਬਾਣੀ ਦੇ ਨਾਲ ਜੁੜ ਜਾਂਦੇ ਆ, ਉਹਨਾਂ ਦਾ ਆਉਣਾ ਸਫਲਾ ਹੁੰਦਾ। ਕਿਉਂਕਿ ਸਫਲਤਾ ਤਾਂ ਆਪਾਂ ਸਾਰੇ ਹੀ ਚਾਹੁੰਦੇ ਹਾਂ। ਇਸ ਸੰਸਾਰ ਵਿੱਚ ਬੱਚੇ ਦਾ ਜਨਮ ਹੁੰਦਾ, ਆਪਾਂ ਕਹਿੰਦੇ ਹਾਂ ਬੱਚੇ ਦਾ ਜਨਮ ਸਫਲ ਜਨਮ ਹੋ ਜਾਵੇ, ਕੋਈ ਵਿਘਨ ਨਾ ਪਵੇ, ਸੁੱਖੀ ਸਾਂਦੀ ਬੱਚੇ ਦਾ ਜਨਮ ਹੋ ਜਾਏ। ਉਸ ਤੋਂ ਬਾਅਦ ਉਹਦੇ ਬਚਪਨ ਵਿੱਚ ਆਪਾਂ ਸੋਚਦੇ ਹਾਂ ਸੁੱਖ ਸਾਂਦ ਰਹੇ, ਇਹ ਸਫਲ ਹੋਵੇ, ਇਹਦਾ ਬਚਪਨ ਇਹ ਵੱਡਾ ਹੋ ਜਾਏ, ਇਹ ਤੁਰਨ ਲੱਗ ਪਵੇ, ਇਹ ਰਿਸ਼ਟ ਪੁਸ਼ਟ ਰਹੇ, ਇਹਦੀ ਚੰਗੀ ਸਿਹਤ ਰਹੇ। ਫਿਰ ਮੁੜ ਕੇ ਸਕੂਲੇ ਪੜ੍ਹਨੇ ਪਾ ਦਿੰਦੇ ਆ, ਅਤੇ ਉੱਥੇ ਵੀ ਆਪਾਂ ਕਹਿੰਦੇ ਹਾਂ ਸਾਡਾ ਬੱਚਾ ਸਕਸੈਸ ਹੋਵੇ, ਸਫਲ ਹੋਵੇ, ਪਾਸ ਹੋਵੇ, ਕਦੇ ਫੇਲ ਨਾ ਹੋਵੇ। ਕੋਈ ਮਾਤਾ ਪਿਤਾ ਚਾਹੁੰਦਾ ਵੀ ਸਾਡਾ ਬੱਚਾ ਫੇਲ ਹੋਵੇ? ਨਹੀਂ ਭਾਈ, ਸਾਰੇ ਚਾਹੁੰਦੇ ਆ ਕਿ ਸਾਡਾ ਬੱਚਾ ਪਾਸ ਹੋਵੇ, ਸਫਲ ਹੋਵੇ। ਪੜ੍ਹਾਈ ਤੋਂ ਬਾਅਦ ਕੋਈ ਨੌਕਰੀ ਲੱਗਦਾ ਹੈ, ਨੌਕਰੀ ਦੀ ਭਾਲ ਸ਼ੁਰੂ ਹੁੰਦੀ ਹੈ, ਅਤੇ ਹਰ ਕੋਈ ਚਾਹੁੰਦਾ ਹੈ ਕਿ ਮੈਂ ਪਾਸ ਹੋ ਜਾਵਾਂ, ਆਪਣੇ ਮਿਸ਼ਨ ਦੇ ਵਿੱਚ ਸਫਲ ਹੋ ਜਾਵਾਂ। ਆਇਆ ਸਫਲਤਾ ਹੂ ਕੋ ਗਣੀ ਹੈ। ਕੋਈ ਬਿਜ਼ਨਸ ਕਰਦਾ, ਕੋਈ ਵਪਾਰ ਕਰਦਾ, ਹਰ ਕੋਈ ਚਾਹੁੰਦਾ ਹੈ ਕਿ ਮੈਨੂੰ ਬਿਜ਼ਨਸ ਵਿੱਚ ਘਾਟਾ ਨਾ ਪਵੇ, ਮੇਰਾ ਬਿਜ਼ਨਸ, ਮੇਰਾ ਵਪਾਰ ਫੇਲ ਨਾ ਹੋਵੇ, ਮੈਂ ਇਹ ਵਣਜ ਦੇ ਵਿੱਚ ਸਫਲ ਹੋ ਜਾਵਾਂ, ਮੇਰਾ ਕਾਰੋਬਾਰ ਚੰਗੀ ਤਰ੍ਹਾਂ ਚੱਲ ਪਵੇ। ਇਸੇ ਪ੍ਰਕਾਰ ਕੋਈ ਰਾਜਨੀਤੀ ਵਿੱਚ ਚਲਿਆ ਜਾਂਦਾ ਹੈ, ਅਤੇ ਉਹ ਵੀ ਇਹ ਚਾਹੁੰਦਾ ਹੈ ਕਿ ਮੈਂ ਸਫਲ ਹੋਵਾਂ, ਮੈਨੂੰ ਕੁਰਸੀ ਮਿਲ ਜਾਵੇ, ਅਤੇ ਮੈਂ ਕਿਤੇ ਫੇਲ ਨਾ ਹੋ ਜਾਵਾਂ, ਹਾਰ ਨਾ ਜਾਵਾਂ, ਮੈਂ ਜਿੱਤਾਂ, ਸਫਲ ਹੋਵਾਂ ਰਾਜਨੀਤਿਕ ਖੇਤਰ ਦੇ ਵਿੱਚ। ਇਸੇ ਪ੍ਰਕਾਰ ਕੋਈ ਕਿਸਾਨ ਹੈ, ਅਤੇ ਉਹ ਚਾਹੁੰਦਾ ਮੈਂ ਫਸਲ ਬੀਜੀ ਹੈ ਜਿਹੜੀ, ਅਤੇ ਮੈਂ ਇਹ ਫਸਲ ਬੀਜ ਕੇ ਸਫਲ ਹੋ ਜਾਵਾਂ। ਕੋਈ ਚਾਹੁੰਦਾ ਵੀ ਮੇਰੀ ਫਸਲ ਖਰਾਬ ਹੋਵੇ, ਮੈਨੂੰ ਘਾਟਾ ਪਵੇ ਖੇਤੀ ਦੇ ਵਿੱਚ, ਉਹ ਵੀ ਚਾਹੁੰਦਾ ਕਿ ਮੈਂ ਸਫਲ ਹੋਵਾਂ। ਪੂਰੀ ਜ਼ਿੰਦਗੀ ਮਨੁੱਖ ਵੱਖ-ਵੱਖ ਸਫਲਤਾਵਾਂ ਦੇ ਪਿੱਛੇ ਭੱਜਦਾ, ਕਦੇ ਨਹੀਂ ਚਾਹੁੰਦਾ ਕਿ ਮੈਂ ਫੇਲ ਹੋਵਾਂ। ਹਰ ਜਗ੍ਹਾ 'ਤੇ ਕਹਿੰਦਾ ਮੈਂ ਪਾਸ ਹੋ ਜਾਵਾਂ, ਅਸਫਲ ਨਹੀਂ ਹੋਣਾ ਚਾਹੁੰਦਾ, ਸਗੋਂ ਸਫਲਾ ਹੋਣਾ ਲੋੜਦਾ ਹਰ ਗੱਲ ਦੇ ਉੱਤੇ। ਅਤੇ ਭਾਈ ਇਹ ਮਨੁੱਖਾ ਜਨਮ ਜਿਹਨੂੰ ਆਏ ਆਪਾਂ ਸਫਲ ਕਰਨ ਵਾਸਤੇ ਹੈ, ਇਹਦੀ ਸਫਲਤਾ ਦੇ ਲਈ ਆਪਾਂ ਕਿੰਨੇ ਕੁ ਕਦਮ ਚੁੱਕੇ ਹੈ। ਇਸ ਸੰਸਾਰ ਦੇ ਵਿੱਚ ਆਪਾਂ ਆਏ ਹੈ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਵਾਸਤੇ, ਪਰ ਅਸੀਂ ਤਾਂ ਇਸ ਸੰਸਾਰ ਨੂੰ ਹੀ ਸੱਤ ਕਰਕੇ ਜਾਣ ਲਿਆ। ਕੋਈ ਮੁਸਾਫਰਖਾਨੇ ਦੇ ਉੱਤੇ ਬੈਠਾ, ਬੱਸ ਅੱਡੇ ਉੱਤੇ, ਰੇਲਵੇ ਸਟੇਸ਼ਨ ਉੱਤੇ, ਇਸੇ ਪ੍ਰਕਾਰ ਏਅਰਪੋਰਟ ਦੇ ਉੱਤੇ, ਹਵਾਈ ਅੱਡੇ ਦੇ ਉੱਤੇ ਬੈਠਾ, ਕਦੇ ਗੁਰਮੁਖੋ ਉੱਥੇ ਇਹ ਸੋਚ ਕੇ ਬਹਿੰਦਾ ਕਿ ਮੇਰਾ ਹੁਣ ਪੱਕਾ ਟਿਕਾਣਾ ਇਹੀ ਹੈ, ਮੈਂ ਇਹ ਤੋਂ ਅਗਾਂਹ ਨਹੀਂ ਜਾਣਾ। ਪਰ ਇੱਕੋ ਇੱਕ ਮਨੁੱਖ ਹੀ ਹੈ ਜਿਹੜਾ ਇਹ ਸੰਸਾਰ ਰੂਪੀ ਮੁਸਾਫਰਖਾਨੇ ਦੇ ਵਿੱਚ ਆਇਆ, ਪਰ ਇਹਨੂੰ ਸੱਤ ਕਰਕੇ ਮੰਨੀ ਬੈਠਾ ਕਿ ਮੈਂ ਤਾਂ ਬਸ ਇੱਥੇ ਹੀ ਰਹਿਣਾ, ਦੁਨੀਆ ਤੁਰੀ ਜਾਂਦੀ ਹੈ ਅਤੇ ਮੈਂ ਨਹੀਂ ਮਰਨਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨਹੀਂ, ਇਹ ਮੌਤ ਤਾਂ ਸਭ 'ਤੇ ਆਉਣੀ ਹੈ, ਚੱਲਣੇ ਕੇਰੀ ਪ੍ਰੀਤ, ਚੱਲਣ ਦੀ ਪ੍ਰੀਤੀ ਹਿਰਦੇ ਵਿੱਚ ਰੱਖੇ। ਜਿਸ ਤਰ੍ਹਾਂ ਦਾ ਸਮਾਂ ਅੱਜ ਤੇਰੇ ਗੁਆਂਢੀ 'ਤੇ ਆਇਆ, ਅੱਜ ਤੇਰੇ ਗੁਆਂਢੀ ਨੂੰ ਮੌਤ ਆਈ ਹੈ, ਤਾਂ ਕੱਲ੍ਹ ਨੂੰ ਇਹ ਸਮਾਂ ਤੇਰੇ 'ਤੇ ਵੀ ਆਉਣਾ ਹੈ। ਇਹ ਗੱਲ ਨੂੰ ਮਨ ਦੇ ਵਿੱਚ ਦ੍ਰਿੜ ਕਰਕੇ ਰੱਖੇ ਕਿ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਭੀ ਜਾਨ, ਕਬੀ ਡੁੱਬेंगे रे बापू रे बहु लोगन की कान, पारोसी के जो हुआ तू अपने पी जान। ਜਿਹੜਾ ਵਰਤਾਰਾ ਅੱਜ ਤੇਰੇ ਸੰਗੀ ਸਾਥੀ, ਮਾਤਾ ਪਿਤਾ ਜਾਂ ਗੁਆਂਢੀ ਨਾਲ ਵਾਪਰਿਆ, ਉਹਨੂੰ ਮੌਤ ਆਈ ਹੈ, ਚੇਤੇ ਰੱਖੀ ਇਹ ਗੱਲ, ਕਿੱਥੇ ਤੈਂਡੇ ਮਾਪਿਆ ਜਿੰਨੀ ਤੂੰ ਜਾਣਿਆ ਉਹ ਤੈ ਪਾਸੋਂ ਇਹ ਲੱਦ ਗਏ, ਤੂੰ ਅਜੇ ਨਾ ਪਤੀਨ ਹੋਏ। ਕਹਿੰਦੇ ਇਹ ਗੱਲ ਦ੍ਰਿੜ ਕਰਕੇ ਮਨ ਦੇ ਵਿੱਚ ਰੱਖਣੀ ਹੈ ਕਿ ਇਹ ਸੰਸਾਰ ਦੇ ਉੱਤੇ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜਿਹੜਾ ਆਇਆ ਉਹਨੇ ਜਾਣਾ ਹੈ, ਅਤੇ ਸਭ ਦੀ ਵਾਰੀ ਆਉਣੀ ਹੈ। ਵਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ,
ਕੋਈ ਇੱਕ ਦੂਜੇ ਨੂੰ ਧੀਰਜ ਨਹੀਂ ਦੇ ਸਕਦਾ, ਜਾਂ ਧੀਰਜ ਦੇ ਨਾਲ ਹੌਸਲੇ ਦੇ ਨਾਲ ਇਹ ਗੱਲ ਨਹੀਂ ਕਹਿ ਸਕਦਾ ਕਿ ਮੈਂ ਸਦਾ ਸਥਿਰ ਰਹਿਣਾ, ਜਾਂ ਤੂੰ ਤਾਂ ਭਾਈ ਜਾਣਾ ਹੀ ਨਹੀਂ, ਤੂੰ ਇੱਥੇ ਹੀ ਰਹੇਂਗਾ, ਜਾਣਾ ਸਭ ਨੇ ਹੈ। ਇਸ ਪ੍ਰਕਾਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਚੱਲਣੇ ਕੇਰੀ ਰੀਤ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹਨਾਂ ਬਚਨਾਂ ਨੂੰ ਧਿਆਨ ਦੇ ਨਾਲ ਸਰਵਣ ਕਰੋ ਕਿ ਇਹ ਸੰਸਾਰ ਤੋਂ ਚੱਲਣ ਦੀ ਰੀਤੀ ਨੂੰ ਮਨ ਦੇ ਵਿੱਚ ਹਮੇਸ਼ਾ ਧਾਰਨ ਕਰਕੇ ਰੱਖੇ ਕਿ ਜਾਣਾ ਹੀ ਹੈ। ਮੋਹੇ ਤੋਹੇ ਸਭ ਚੱਲਣਗੇ, ਚੱਲਣ ਨਾ ਕੋਈ ਰੀਤ। ਸਤਿਗੁਰੂ ਜੀ ਕਹਿੰਦੇ ਮੋਹੇ ਤੋਹੇ ਮੈਂ ਤੂੰ ਅਸਾਂ ਤੁਸਾਂ ਸਭਨਾਂ ਨੇ ਚਲੇ ਜਾਣਾ, ਤੇ ਚੱਲਣ ਨਾ ਕੋਈ ਰੀਤ। ਰੀਤ ਨਾਮ ਹੈ ਖਾਲੀ ਦਾ। ਜਿਵੇਂ ਸਤਿਗੁਰੂ ਦੇ ਬਚਨ ਆਉਂਦੇ ਆ, ਰੀਤੇ ਭਰੇ ਭਰੇ ਸਖਨਾਵੈ ਯਹ ਤਾਕੋ ਵਿਵਹਾਰੇ। ਰੀਤਾ ਨਾਮ ਹੈ ਖਾਲੀ ਦਾ। ਕਹਿੰਦੇ ਭਾਈ ਚੱਲਣ ਤੋਂ ਕੋਈ ਖਾਲੀ ਨਹੀਂ, ਸਭ ਨੇ ਚਲੇ ਜਾਣਾ। ਮੈਂ ਤੂੰ ਅਸਾਂ ਤੁਸਾਂ ਸਭਨਾਂ ਨੇ ਚਲੇ ਜਾਣਾ, ਚੱਲਣ ਤੋਂ ਕੋਈ ਨਹੀਂ ਬਚ ਸਕਦਾ, ਸਭ ਨੂੰ ਜਾਣਾ ਪੈਣਾ ਸੰਸਾਰ ਤੋਂ। ਇਹ ਬੈਰਾਗ ਨਿਤ ਕਹਿਣ ਲੈ, ਨੈ ਆਵਣ ਨੈ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਬਚਨ ਜਿਹੜੇ ਮੈਂ ਕਹੇ ਆ ਨਾ, ਇਹ ਤਾਂ ਸਿਰਫ ਬੈਰਾਗ ਪੈਦਾ ਕਰਨ ਵਾਸਤੇ ਆ। ਅਸਲ ਵਿੱਚ ਜਿਹੜੀ ਆਤਮਾ ਨਾ, ਉਹਦਾ ਕੋਈ ਆਉਣਾ ਜਾਣਾ ਨਹੀਂ ਹੁੰਦਾ, ਉਹ ਤਾਂ ਹੈ ਹੀ ਪਰਮੇਸ਼ਰ ਦੀ ਅੰਸ਼। ਕਹੋ ਕਬੀਰ ਇਹੋ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨਾ ਮੰਸ। ਉਹ ਤਾਂ ਰਾਮ ਦੀ ਅੰਸ਼ ਹੈ। ਪਰਮ ਆਤਮਾ ਦੇ ਵਿੱਚੋਂ ਇਹ ਆਤਮਾ ਵੱਖਰੀ ਹੋ ਗਈ, ਕੁਝ ਭੁਲੇਖਿਆਂ ਕਰਕੇ, ਕੁਝ ਭਰਮ ਕਰਕੇ। ਭਾਂਭੀਰੀ ਕੇ ਪਾਤ ਪਰ ਦੋ, ਬਿਨ ਪੇਖੇ ਦੂਰ ਆਇਓ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਵੇਂ ਉਹ ਬਰੀਕ ਪਰਦਾ ਹੈ, ਬਰੀਕ ਅਗਿਆਨਤਾ ਦੀ ਛੋਟੀ ਜਿਹੀ ਕੰਧ ਹੈ, ਜਿਹਨੂੰ ਸਤਿਗੁਰ ਕਹਿੰਦੇ ਹੈ ਕਿ ਵਕੂੜਾ ਟੁੱਟੈ ਪਾਲ। ਸੋ ਉਹ ਜਿਨ੍ਹਾਂ ਦੀ ਟੁੱਟ ਜਾਂਦੀ ਹੈ, ਉਹ ਮੁੜ ਤੋਂ ਪਰਮਾਤਮਾ ਦਾ ਹੀ ਸਰੂਪ, ਉਹ ਜੀਵਾਤਮਾ ਹੋ ਜਾਂਦੀ ਹੈ। ਬਾਕੀ ਫਿਰ ਚੱਕਰ ਕੱਟਦੇ ਰਹਿੰਦੇ ਆ ਸੰਸਾਰ ਦੇ ਵਿੱਚ, ਵਾਰ-ਵਾਰ ਉਹਨਾਂ ਨੂੰ ਸਮਾਂ ਮਿਲਦਾ ਰਹਿੰਦਾ ਕਰਮਾਂ ਦੇ ਮੁਤਾਬਕ। ਚੰਗੇ ਕਰਮਾਂ ਵਾਲਿਆਂ ਨੂੰ ਕੋਈ ਚੰਗਾ, ਕੋਈ ਦੇਵਤਿਆਂ ਦੀ ਜੂਨੀ ਮਿਲ ਜਾਂਦੀ ਹੈ। ਇਸ ਪ੍ਰਕਾਰ ਮਾੜੇ ਕਰਮਾਂ ਨੂੰ ਉਹਨਾਂ ਦੇ ਕਰਮਾਂ ਦੇ ਹਿਸਾਬ ਦੇ ਮੁਤਾਬਕ ਧਰਮ ਰਾਏ ਜਬ ਲੇਖਾ ਮੰਗੈ। ਅਤੇ ਸਾਧ ਸੰਗਤ ਜੀ ਉਹਦੇ ਮੁਤਾਬਕ ਨਾ ਫਿਰ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਉਸੇ ਪ੍ਰਕਾਰ ਦੀ ਉਹਨੂੰ ਕੋਈ ਦੇਹੀ ਮਿਲ ਜਾਂਦੀ ਹੈ, ਸਰੀਰ ਮਿਲ ਜਾਂਦਾ। ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ। ਪਰ ਸਤਿਗੁਰੂ ਜੀ ਕਹਿੰਦੇ ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰੰਗ ਕਾਲ ਇਹ ਦੇਹ ਸੰਜਰੀਆ। ਬੜੇ ਚਿਰਾਂ ਦੇ ਪਿੱਛੋਂ ਤੈਨੂੰ ਇਹ ਦੇਹੀ ਮਿਲੀ ਹੈ, ਨਸੀਬ ਹੋਈ ਹੈ। ਅਤੇ ਇਸੇ ਕਰਕੇ ਗੁਰੂ ਪਿਆਰਿਓ ਇਸ ਮਨੁੱਖਾ ਜਨਮ ਨੂੰ ਨਾ ਸਤਿਗੁਰੂ ਨੇ ਦੁਰਲੱਭ ਵੀ ਆਖਿਆ। ਬਚਨ ਪੜ੍ਹਦੇ ਹੈ ਗੁਰੂ ਕੀ ਬਾਣੀ ਵਿੱਚ ਭਗਤ ਸਾਹਿਬਾਨ ਦੇ, ਕਬੀਰ ਮਾਨਸ ਜਨਮ ਦੁਰਲੰਭ ਹੈ, ਹੋਏ ਨਾ 12 ਵਾਰ। ਦੁਰਲੱਭ ਜਾਂ ਦੁਲੰਭ ਇੱਕੋ ਹੀ ਸ਼ਬਦ ਹੈ। ਪੰਜਾਬੀ ਦੇ ਵਿੱਚ ਜਦੋਂ ਦੁਰ ਅਗੇਤਰ ਲੱਗ ਜਾਏ ਨਾ ਕਿਸੇ ਸ਼ਬਦ ਦੇ ਅੱਗੇ, ਤਾਂ ਉਹਦਾ ਮਤਲਬ ਹੁੰਦਾ ਕਠਿਨ, ਔਖਾ। ਜਿਵੇਂ ਦੁਰਜਨ ਭੈੜਾ ਮਨੁੱਖ, ਇਸੇ ਤਰ੍ਹਾਂ ਦੁਰਲੱਭ। ਦੁਰਲੱਭ ਕਹੀਏ ਔਖਾ, ਕਠਿਨ, ਅਤੇ ਲੱਭ ਕਹੀਏ ਪ੍ਰਾਪਤੀ। ਜਿਹੜਾ ਪ੍ਰਾਪਤ ਬੜੀ ਕਠਿਨਾਈ ਦੇ ਨਾਲ ਹੋਵੇ, ਜਿਹੜਾ ਬੜਾ ਔਖਾ ਮਿਲਦਾ ਹੈ, ਜਿਹੜਾ ਮਸਾਂ ਮਸਾਂ ਤੈਨੂੰ ਮਿਲਿਆ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮਾਨਸ ਜਨਮ ਦੁਰਲੰਭ ਹੈ, ਹੋਏ ਨਾ 12 ਵਾਰ। ਦੁਰਲੱਭ ਕਿਉਂ ਹੈ? ਕਿਉਂਕਿ ਵਾਰ-ਵਾਰ ਨਹੀਂ ਮਿਲਦਾ। ਜਿਹੜੀ ਚੀਜ਼ ਆਪਾਂ ਨੂੰ ਵਾਰ-ਵਾਰ ਨਾ ਮਿਲਦੀ ਹੋਵੇ, ਆਪਾਂ ਉਹਨੂੰ ਬੜਾ ਸੰਭਾਲ ਕੇ ਰੱਖਦੇ ਹਾਂ ਵੀ ਇਹਨੇ ਸਾਨੂੰ ਮਿਲਣਾ ਨਹੀਂ, ਇਹ ਚੀਜ਼ ਨੇ ਮੁੜ ਕੇ। ਇਹ ਬੜੀ ਦੁਰਲੱਭ ਹੈ, ਲੱਭਦੀ ਨਹੀਂ ਛੇਤੀ ਕਿਤੇ ਕਿਤੋਂ। ਅਤੇ ਇਹ ਮਨੁੱਖਾ ਜਨਮ ਵੀ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ 84 ਲੱਖ ਜੂਨਾਂ ਦਾ ਸਰਦਾਰ ਤੈਨੂੰ ਬਣਾਇਆ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਆਵਰ ਜੋਨ ਤੇਰੀ ਪਨਿਹਾਰੀ। ਅਤੇ ਇਹ ਮਨੁੱਖਾ ਜਨਮ ਦੇ ਵਿੱਚ ਆ ਕੇ ਇਸ ਤਰ੍ਹਾਂ ਦਾ ਵਿਰਾਗ ਧਾਰਨ ਕਰਕੇ ਚੱਲਣਾ ਕੇਰੀ ਰੀਤ। ਇਹ ਸੰਸਾਰ ਤੋਂ ਸਭ ਨੇ ਚਲਿਆ ਜਾਣਾ। ਤੈਨੂੰ ਜਿਹੜੇ ਸਵਾਸ ਦਿੱਤੇ ਆ ਵਾਹਿਗੁਰੂ ਨੇ, ਇਹਨਾਂ ਸਵਾਸਾਂ ਦਾ ਵੀ ਕੋਈ ਭਰੋਸਾ ਨਹੀਂ, ਕਿਉਂਕਿ ਉਹ ਵਾਹਿਗੁਰੂ ਬੀਓ ਪੂਛਨਾ ਮਸਲਤ ਧਰੈ। ਬੀਓ ਨਾਮ ਹੈ ਦੂਜੇ ਦਾ, ਦੋ ਦਾ, ਅਤੇ ਮਸਲਤ ਕਹੀਏ ਸਲਾਹ ਮਸ਼ਵਰਾ। ਉਹ ਵਾਹਿਗੁਰੂ ਪਰਮੇਸ਼ਰ ਕਿਸੇ ਨਾਲ ਸਲਾਹ ਕਰਕੇ ਨਹੀਂ ਇਹ ਜ਼ਿੰਦਗੀ ਲਿਖਦਾ ਜਾਂ ਸਵਾਸ ਲਿਖਦਾ, ਸਮਾਂ ਲਿਖਦਾ ਵੀ ਕਿ ਫਲਾਣਾ ਸੇ ਉਹਨੂੰ ਕਿੰਨੇ ਸਮਾਂ ਦੇਣਾ ਸੰਸਾਰ ਵਿੱਚ ਰਹਿਣ ਵਾਸਤੇ, ਕਿੰਨੇ ਸਵਾਸ ਦੇਣੇ ਆ। ਹਾਂ, ਆਪ ਗਿਣਤੀ ਕਰਕੇ ਪਾਉਂਦਾ ਹੈ, ਪਰ ਕਿਸੇ ਦੂਜੇ ਨੂੰ ਖਬਰ ਤੱਕ ਨਹੀਂ ਹੁੰਦੀ। ਈਵਨ ਮਨੁੱਖ ਨੂੰ ਜਿਹਦੀ ਜ਼ਿੰਦਗੀ ਹੈ ਉਹਨੂੰ ਵੀ ਪਤਾ ਨਹੀਂ ਹੁੰਦਾ ਕਿ ਆ ਜਾਣਾ ਕਿ ਮਰਾਂਗੇ ਕੈਸਾ ਮਰਨਾ ਹੋਏ। ਪਰ ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਹਾਂ, ਜੇ ਉਹ ਰੱਬ ਨਹੀਂ ਮਨ 'ਚੋਂ ਵਿਸਰਦਾ, ਰੱਬ ਦਾ ਨਾਮ ਤੇਰੇ ਹਿਰਦੇ ਵਿੱਚ ਟਿਕਿਆ ਹੋਇਆ, ਫਿਰ ਤੇਰਾ ਮਰਨਾ ਸੁਖਾਲਾ ਹੋ ਜਾਏਗਾ। ਤੈਨੂੰ ਮੌਤ ਡਰਾਏਗੀ ਨਹੀਂ। ਫਿਰ ਤਾਂ ਮੌਤ ਨੂੰ ਵੀ ਆਨੰਦਮਈ ਵਸਤੂ ਮੰਨਦੇ ਹੈਗੇ ਗੁਰੂ ਕੇ ਪਿਆਰੇ। ਕਬੀਰ ਜਿਸ ਮਰਨੇ ਤੇ ਜਗ ਡਰੈ,
ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਫਿਰ ਪੂਰਨ ਪਰਮ ਆਨੰਦ ਦੀ ਪ੍ਰਾਪਤੀ ਇਸ ਵਸਤੂ ਨੂੰ ਮੰਨਿਆ ਜਾਂਦਾ ਮੌਤ ਨੂੰ। ਜਿਸ ਮੌਤ ਤੋਂ ਸਾਰਾ ਸੰਸਾਰ ਡਰਦਾ ਹੈ, ਰੱਬ ਦੇ ਪਿਆਰੇ ਜਿਨ੍ਹਾਂ ਨੂੰ ਆਤਮਿਕ ਸੋਝੀ ਹੋ ਗਈ, ਆਤਮੇ ਦਾ ਆਪੇ ਦਾ ਗਿਆਨ ਹੋ ਗਿਆ ਕਿ ਮੈਂ ਪਰਮੇਸ਼ਰ ਦਾ ਹੀ ਸਰੂਪ ਹਾਂ, ਸੋ ਉਹ ਗੁਰੂ ਪਿਆਰਿਓ ਇਹ ਮੌਤ ਤੋਂ ਡਰਦੇ ਨਹੀਂ, ਬੇਖੌਫ ਹੋ ਕੇ ਉਹ ਦੁਨੀਆ ਤੋਂ ਚਲੇ ਜਾਂਦੇ ਆ। ਰੇ ਰੇ ਦਰਗਹਿ ਕਹੈ ਨ ਕੋ ਆਓ ਬੈਠ ਆਦਰ ਸੁਭ ਦੇਊ। ਉਹਨਾਂ ਨੂੰ ਫਿਰ ਸਾਧ ਸੰਗਤ ਜੀ ਸੱਚਾ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਜਿੱਥੇ ਹੁੰਦਾ ਹੈ ਅਤੇ ਉੱਥੇ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਆਦਰ ਮਾਣ ਸਤਿਕਾਰ ਮਿਲਦਾ ਹੈ। ਕਹੋ ਨਾਨਕ ਬਾਹ ਲੁਡਾਈਐ। ਫਿਰ ਉਹ ਬਾਂਹ ਖੜੀ ਕਰਕੇ ਜਿਵੇਂ ਲੁੱਡੀਆਂ ਪਾਉਂਦੇ ਨਹੀਂ ਜਾਂਦੇ, ਕਬੱਡੀ ਖੇਡਦੇ ਆ ਖਿਡਾਰੀ, ਅਤੇ ਉਹ ਰੇਡਰ ਜਿਹੜਾ ਰੇਡ ਪਾ ਕੇ ਜਾਂਦਾ ਹੈ ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਬੈਸਣ ਪਾਈ ਹੈ। ਜਿਨ੍ਹਾਂ ਨੇ ਦੁਨੀਆ ਵਿੱਚ ਸੇਵ ਕਮਾ ਲਈ, ਸੇਵਿਆ ਵਾਹਿਗੁਰੂ ਪਰਮੇਸ਼ਰ ਨੂੰ ਚਿੱਤ ਕੀਤਾ, ਉਹਨਾਂ ਨੂੰ ਦਰਗਾਹ ਦੇ ਵਿੱਚ ਜਗ੍ਹਾ ਮਿਲਦੀ ਹੈ ਅਤੇ ਉਹ ਸੰਸਾਰ ਤੋਂ ਰੋਂਦੇ ਹੋਏ ਨਹੀਂ ਜਾਂਦੇ, ਦੁਖੀ ਹੋ ਕੇ ਨਹੀਂ ਜਾਂਦੇ। ਇਹ ਮਨੁੱਖਾ ਜਨਮ ਨੂੰ ਸਫਲਾ ਕਰਕੇ ਜਾਂਦੇ ਹੈ। ਰੇਡ ਪਾਉਣ ਵਾਲਾ ਰੇਡਰ ਖਿਡਾਰੀ ਹੈ ਜਿਹੜਾ, ਉਹ ਕਬੱਡੀ ਖੇਡਦਾ ਖੇਡਦਾ ਜਦੋਂ ਕਿਸੇ ਨੂੰ ਟੱਚ ਕਰਕੇ ਛੂਹ ਕੇ ਵਾਪਸ ਚਲਿਆ ਜਾਂਦਾ ਅਤੇ ਉਹ ਬਾਂਹ ਖੜੀ ਕਰਕੇ ਨਾ ਅਤੇ ਹੌਲੀ ਹੌਲੀ ਨੱਚਦਾ ਹੋਇਆ ਆਪਣੀ ਮੰਜ਼ਿਲ ਵੱਲ ਨੂੰ, ਆਪਣੇ ਪਾਲੇ ਵੱਲ ਨੂੰ, ਜਿੱਥੇ ਉਹ ਢੇਰੀਆਂ ਬਣਾਈਆਂ ਹੁੰਦੀਆਂ ਉੱਧਰ ਨੂੰ ਵੱਧਦਾ। ਉਹਨੂੰ ਕਹਿੰਦੇ ਲੁੱਡੀਆਂ ਪਾਉਣਾ, ਖੁਸ਼ੀ ਵਿੱਚ ਨੱਚਣਾ। ਅਤੇ ਇਸੇ ਤਰ੍ਹਾਂ ਕਹਿੰਦੇ ਜਿਹੜੇ ਗੁਰਮੁਖ ਆ ਨਾ, ਗੁਰੂ ਦੇ ਪਿਆਰੇ ਜਿਨ੍ਹਾਂ ਨੇ ਸੰਸਾਰ ਨੂੰ ਅਸੱਤ ਜਾਣੇ ਆ, ਪਰਮਾਤਮਾ ਦੇ ਸੱਤ ਨਾਮ ਨੂੰ ਸੱਤ ਕਰਕੇ ਮੰਨ ਕੇ ਉਹਦੇ ਨਾਲ ਜੁੜ ਗਏ। ਕਹੋ ਨਾਨਕ ਬਾਹ ਲੁਡਾਈ ਹੈ। ਫਿਰ ਉਹ ਬਾਂਹ ਲੁਡਾ ਕੇ ਲੁੱਡੀਆਂ ਪਾਉਂਦੇ ਹੋਏ ਇਹ ਸੰਸਾਰ ਤੋਂ ਜਾਂਦੇ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਚੱਲਣਾ ਕਿਹੜੀ ਰੀਤ ਹੈ। ਇਹ ਸੰਸਾਰ ਦੇ ਵਿੱਚ ਨਾ ਕੋਈ ਰਿਹਾ ਹੈ, ਨਾ ਕਿਸੇ ਨੇ ਰਹਿਣਾ। ਇਹ ਵਚਨ ਜਿਹੜੇ ਅਸੀਂ ਕਹਿ ਰਹੇ ਹਾਂ ਨਾ, ਕਹਿੰਦੇ ਇਹ ਵੈਰਾਗ ਪੈਦਾ ਕਰਨ ਵਾਸਤੇ ਕਹਿ ਰਹੇ ਹਾਂ। ਹਾਲਾਂਕਿ ਆਤਮਾ ਜਿਹੜੀ ਉਹ ਕਦੇ ਮਰਦੀ ਨਹੀਂ। ਭਗਵਤ ਗੀਤਾ ਦੇ ਵਿੱਚ ਵੀ ਭਗਵਾਨ ਕ੍ਰਿਸ਼ਨ ਜੀ ਨੇ ਜਿਹੜੀ ਸਪਤ ਸ਼ਲੋਕੀ ਗੀਤਾ ਉਚਾਰਨ ਕੀਤੀ ਹੈ ਮਹਾਭਾਰਤ ਵੇਲੇ, ਸੋ ਕੁਰੂਕਸ਼ੇਤਰ ਦੇ ਵਿੱਚ, ਉਹਦੇ ਵਿੱਚ ਵੀ ਅਰਜਨ ਨੂੰ ਗਿਆਨ ਦਿੰਦਿਆਂ ਹੋਇਆ ਇਹੀ ਆਖਿਆ ਸੀ ਕਿ ਆਤਮਾ ਅਲੇਪ ਹੈ, ਅਸੰਗ ਹੈ। ਇਹ ਆਤਮਾ ਕਦੇ ਖਤਮ ਨਹੀਂ ਹੁੰਦੀ। ਤੂੰ ਕਿਹਨੂੰ ਮਾਰਨ ਦੀਆਂ ਗੱਲਾਂ ਕਰਦਾ ਅਗਿਆਨਤਾ ਦੇ ਵਿੱਚ ਰਹਿ ਕੇ। ਆਤਮਾ ਨੂੰ ਕੋਈ ਖਤਮ ਨਹੀਂ ਕਰ ਸਕਦਾ, ਆਤਮਾ ਨੂੰ ਜਲ ਡੋਬ ਨਹੀਂ ਸਕਦਾ, ਅਗਨੀ ਨਹੀਂ ਸਾੜ ਸਕਦੀ। ਸੋ ਇਸ ਪ੍ਰਕਾਰ ਦਾ ਆਤਮਿਕ ਗਿਆਨ ਬਖਸ਼ਿਸ਼ ਕੀਤਾ ਸਤਿਗੁਰ ਸੱਚੇ ਪਾਤਸ਼ਾਹ। ਕਹਿੰਦੇ ਅਸੀਂ ਵੀ ਇਹ ਜਿਹੜੇ ਵਚਨ ਕਹਿ ਰਹੇ ਹਾਂ ਨਾ, ਸਿਰਫ ਵੈਰਾਗ ਪੈਦਾ ਕਰਨ ਵਾਸਤੇ ਹੀ ਕਹਿ ਰਹੇ ਹਾਂ। ਹਾਲਾਂਕਿ ਜਿਹੜਾ ਆਤਮਾ ਹੈ ਉਹਦਾ ਕੋਈ ਆਉਣਾ ਜਾਣਾ ਨਹੀਂ ਹੁੰਦਾ। ਹਾਂ, ਸਰੀਰ ਆਉਂਦਾ ਜਾਂਦਾ ਜ਼ਰੂਰ ਹੈ। ਆਤਮਾ ਉਸੇ ਤਰ੍ਹਾਂ ਅਸੰਗ ਅਲੇਪ ਰਹਿੰਦੀ ਹੈ। ਨੈਨੰ ਛਦੰਤੀ ਸ਼ਸਤਰਾਣੀ ਨਹਿਨੰ ਦਹੰਤੀ ਪਾਵਕ ਹੈ, ਗੀਤਾ ਦਾ ਵਚਨ ਹੈ। ਸੋ ਅਗਨੀ ਸਾੜ ਨਹੀਂ ਸਕਦੀ, ਜਲ ਇਹਨੂੰ ਡੋਬ ਨਹੀਂ ਸਕਦਾ, ਸ਼ਸਤਰ ਨਾਲ ਆਤਮਾ ਨੂੰ ਕੱਟਿਆ ਨਹੀਂ ਜਾ ਸਕਦਾ। ਇਹ ਤਾਂ ਹਮੇਸ਼ਾ ਹੀ ਰਹਿਣ ਵਾਲੀ ਆ। ਸਤਿਗੁਰੂ ਕਹਿੰਦੇ ਵਿਰਾਗ ਵਾਸਤੇ ਅਸੀਂ ਇਸ ਤਰ੍ਹਾਂ ਦੇ ਵਚਨ ਕੀਤੇ ਹਨ। ਆਪਣੀ ਵਸਨ ਆਪ ਮੈਂ ਸਭ ਸੁਪਨੇ ਮਿਲ ਜਾਏ। ਸਤਿਗੁਰੂ ਜੀ ਕਹਿੰਦੇ ਜਿਹੜੀਆਂ ਆਪਣੀਆਂ ਵਾਸ਼ਨਾਵਾਂ ਇਹ ਆਪਣੇ ਆਪ ਦੇ ਵਿੱਚ ਹੀ ਮਿਲ ਕੇ ਇਹ ਖਤਮ ਹੋ ਜਾਂਦੀਆਂ। ਜਿਵੇਂ ਸਮ ਸੁਪਨੇ, ਜਿਵੇਂ ਸੁਪਨਾ ਖਤਮ ਹੋ ਜਾਂਦਾ ਹੈ, ਇਸੇ ਤਰ੍ਹਾਂ ਆਤਮਾ ਬਾਰੇ ਜਾਣੋ। ਸਤਿਗੁਰੂ ਜੀ ਕਹਿੰਦੇ ਆਤਮਾ ਪਹਿਲਾਂ ਵੀ ਅਮਰ ਸੀ, ਅਜਰ ਸੀ। ਜਦੋਂ ਪਰਮਾਤਮਾ ਦਾ ਸਰੂਪ ਸੀ, ਪਰਮਾਤਮਾ ਤੋਂ ਵਿਛੜ ਕੇ ਇਹ ਜੀਵ ਆਤਮਾ ਬਣਿਆ, ਇਹ ਸੰਸਾਰ ਦੇ ਵਿੱਚ ਆਇਆ ਅਤੇ ਇਹ ਸੰਸਾਰ ਦੇ ਵਿੱਚ ਇਹ ਸੁਪਨੇ ਵਾਂਗੂ ਰਿਹਾ, ਜਿਵੇਂ ਸੁਪਨਾ ਆਉਂਦਾ। ਅਤੇ ਜਦੋਂ ਇਹ ਸੰਸਾਰ ਤੋਂ ਇਹਦੇ ਸਰੀਰ ਦਾ ਠੀਕਰਾ ਫੁੱਟ ਜਾਣਾ, ਫਿਰ ਇਹ ਆਤਮਾ ਨੇ ਪਰਮਾਤਮਾ ਦੇ ਵਿੱਚ ਲੀਨ ਹੋ ਜਾਣਾ ਜਾਂ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਇਹਨੇ ਜੂਨੀਆਂ ਭੋਗਣੀਆਂ। ਬਾਅਦ ਵਿੱਚ ਇਹਨੂੰ ਵਾਰ-ਵਾਰ ਮੌਕਾ ਦਿੱਤਾ ਜਾਂਦਾ ਹੈ। ਸੋ ਇਹ ਸਰਕਲ ਚੱਲਦਾ ਰਹਿੰਦਾ, ਚੱਕਰ ਚੱਲਦਾ ਰਹਿੰਦਾ 84 ਦਾ। ਲੱਖ 84 ਜੋਨ ਉਪਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੁੱਕੈ, ਸੋ ਆਏ ਜਾਏ ਦੁੱਖ ਪਾਏ ਦਾ। ਇੱਕ ਪੌੜੀ ਹੈ, ਇੱਕ ਵਿਚਕਾਰਲਾ ਸਟੈਪ ਹੈ, ਰਸਤਾ ਹੈ ਪਰਮਾਤਮਾ ਤੱਕ ਪਹੁੰਚਣ ਦਾ। ਆਤਮਾ ਪਹਿਲਾਂ ਵੀ ਉਹ ਪਰਮਾਤਮਾ ਦਾ ਸਰੂਪ ਸੀ ਅਤੇ ਬਾਅਦ ਵਿੱਚ ਵੀ ਪਰਮਾਤਮਾ ਦਾ ਸਰੂਪ ਹੋਣੀ। ਸਤਿਗੁਰੂ ਨੇ ਉਦਾਹਰਨ ਦਿੱਤੀ, ਕਹਿੰਦੇ ਸਮ ਸੁਪਨੇ ਮਿਲ ਜਾਏ। ਜਿਵੇਂ ਕਹਿੰਦੇ ਸੁਪਨਾ ਹੁੰਦਾ ਨਾ ਭਾਈ, ਜਦੋਂ ਤੁਸੀਂ ਜਾਗਦੇ ਆ ਉਦੋਂ ਸੁਪਨਾ ਨਹੀਂ ਸੀ। ਤੁਸੀਂ ਸੌਂਗੇ ਸੁਖੋਪਤੀ ਅਵਸਥਾ ਦੇ ਵਿੱਚ, ਅਤੇ ਜਦੋਂ ਤੁਸੀਂ ਸੁਪਨ ਅਵਸਥਾ ਦੇ ਵਿੱਚ ਚਲੇ ਜਾਂਦੇ ਹੋ ਉਦੋਂ ਤੁਹਾਨੂੰ ਸੁਪਨਾ ਆਉਂਦਾ। ਸੁਪਨੇ ਵਿੱਚ ਤੁਹਾਨੂੰ ਕਈ ਕੁਛ ਲੱਗਦਾ। ਸੁਪਨੇ ਵਿੱਚ ਤੁਸੀਂ ਕਦੇ ਕੁਝ ਬਣ ਜਾਂਦੇ ਹੋ, ਕਦੇ ਕੁਝ ਬਣ ਜਾਂਦੇ ਹੋ, ਕਦੇ ਕਿਸੇ ਜਗ੍ਹਾ ਪਹੁੰਚਦੇ ਹੋ। ਕੋਈ ਪਹਾੜਾਂ 'ਤੇ ਤੁਰਿਆ ਫਿਰਦਾ ਹੈ, ਕੋਈ ਸਮੁੰਦਰਾਂ 'ਤੇ ਤੁਰਿਆ ਫਿਰਦਾ ਹੈ, ਕੋਈ ਕਿਤੇ ਆਪੋ ਆਪਣੀ ਸੁਰਤੀ ਦੇ ਮੁਤਾਬਕ। ਅਤੇ ਜਦੋਂ ਕਹਿੰਦੇ ਜਾਗ ਆ ਜਾਂਦੀ, ਉਹ ਸੁਪਨਾ ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਕਹਿੰਦੇ ਜਿਹੜੀਆਂ ਆਸ਼ਾ ਵਾਸ਼ਨਾਵਾਂ ਦੇ ਵਿੱਚ ਲੱਗਿਆ ਹੋਇਆ ਜੀਵ ਆ ਨਾ,
ਤੇ ਇਹਨਾਂ ਦੇ ਮੁਤਾਬਕ ਹੀ ਇਹਨੂੰ ਲੱਗਦਾ ਵੀ ਸੰਸਾਰ ਜਿਹੜਾ ਇਹ ਸੱਤ ਹੈ, ਕਿਉਂਕਿ ਇਹਦੇ ਜਨਮ ਤੋਂ ਪਹਿਲਾਂ ਵੀ ਆਤਮਾ ਸੀ ਤੇ ਸਰੀਰ ਨਹੀਂ ਸੀ। ਸਰੀਰ ਮਿਲਿਆ ਪਰ ਸਰੀਰ ਖਤਮ ਹੋਇਆ ਤੇ ਉਸ ਤੋਂ ਬਾਅਦ ਫਿਰ ਇਕੱਲੀ ਆਤਮਾ ਅਲੱਗ ਹੋ ਗਈ। ਸਮ ਸੁਪਨੇ ਮਿਲ ਜਾਏ, ਜਿਵੇਂ ਗੁਰਬਾਣੀ ਦੇ ਵਿੱਚ ਵੀ ਔਰ ਵਿਦਾਂਤ ਸ਼ਾਸਤਰ ਵਾਲਿਆਂ ਨੇ ਵੀ ਬੜੀ ਬਰੀਕੀ ਦੇ ਨਾਲ ਇਸ ਗੱਲ ਨੂੰ ਮੰਨਿਆ ਹੈ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ, ਅਛਤ ਰਾਜ ਵਿਛਰਤ ਦੁਖ ਪਾਇਆ, ਸੋਗਤ ਭਈ ਹਮਾਰੀ। ਇਹ ਥੋੜ੍ਹੇ ਜਿਹੇ ਡੂੰਘੇ ਬਚਨ ਹੈ, ਧਿਆਨ ਨਾਲ ਸਰਵਣ ਕਰਨ ਵਾਲੇ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰੂ ਕੀ ਬਾਣੀ ਵਿੱਚ ਭਗਤ ਜੀ ਦੀ ਰਸਨਾ ਦੁਆਰਾ ਕਹਿੰਦੇ ਨਰਪਤ ਏਕ ਸਿੰਘਾਸਨ ਸੋਇਆ। ਨਰਪਤ ਕਹਿੰਦੇ ਨਰਾਂ ਦਾ ਪਤੀ ਭਾਵ ਰਾਜਾ, ਉਹ ਆਪਣੇ ਸਿੰਘਾਸਣ ਦੇ ਉੱਤੇ ਸੁੱਤਾ ਆਰਾਮ ਕਰਨ ਦੇ ਲਈ। ਤੇ ਸੁਪਨੇ ਭਇਆ ਭਿਖਾਰੀ, ਉਹਨੂੰ ਨੀਂਦ ਆਈ, ਸੁਪਨਾ ਚੱਲ ਪਿਆ। ਸੁਪਨ ਅਵਸਥਾ ਵਿੱਚ ਜਾਗਰਤ ਸੁਪਨ ਸੁਕੋਪਤ ਤੁਰੀਆ, ਆਤਮ ਭੂਪਤ ਕੀ ਇਹ ਪੁਰੀਆ। ਤੀਜੀ ਅਵਸਥਾ ਸੁਪਨ ਅਵਸਥਾ ਦੇ ਵਿੱਚ ਜਿਸ ਵੇਲੇ ਉਹ ਚਲਿਆ ਜਾਂਦਾ ਹੈ ਤੇ ਸੁਪਨੇ ਦੇ ਵਿੱਚ ਕੀ ਦੇਖਦਾ, ਉਹ ਰਾਜਾ ਭਿਖਾਰੀ ਬਣ ਗਿਆ। ਭਿਖਾਰੀ ਬਣ ਕੇ ਥਾਂ ਥਾਂ 'ਤੇ ਭਿੱਖਿਆ ਮੰਗਦਾ ਹੈ, ਪਰ ਕੋਈ ਭਿੱਖਿਆ ਉਹਨੂੰ ਦਿੰਦਾ ਨਹੀਂ, ਬੜਾ ਦੁਖੀ ਹੋ ਰਿਹਾ। ਤੇ ਕਹਿੰਦੇ ਉਹ ਭਿੱਖਿਆ ਮੰਗਦਿਆਂ ਮੰਗਦਿਆਂ ਇੱਕ ਖੇਤਰ 'ਤੇ ਪਹੁੰਚਿਆ, ਉੱਥੇ ਭੰਡਾਰਾ ਲੱਗਿਆ ਹੋਇਆ ਸੀ। ਉਹਨੂੰ ਇੱਕ ਡੂਨੇ ਦੇ ਵਿੱਚ ਇੱਕ ਪੱਤਲ ਦੇ ਉੱਤੇ ਥੋੜ੍ਹੇ ਜਿਹੇ ਚੌਲ ਛਕਣ ਨੂੰ ਮਿਲੇ ਤੇ ਉਹ ਚੌਲ ਲੈ ਕੇ ਜਿਸ ਵੇਲੇ ਛਕਣ ਦੇ ਲਈ ਦੂਰ ਜਾ ਕੇ ਬੈਠਾ ਤੇ ਦੋ ਸਾਹਨ ਆਪਸ ਦੇ ਵਿੱਚ ਭਿੜਦੇ ਹੋਏ ਉਹਦੇ ਨਜ਼ਦੀਕ ਪਹੁੰਚੇ ਤੇ ਉਹ ਆ ਕੇ ਇਹਦੇ ਵਿੱਚ ਵੱਜ ਗਏ। ਜਿਹੜਾ ਇਹਦੇ ਹੱਥਾਂ ਦੇ ਉੱਤੇ ਛਕਣ ਦੇ ਲਈ ਬਹੁਤੇ ਭੁੱਖੇ ਦੇ ਕੋਲ ਥੋੜ੍ਹਾ ਜਿਹਾ ਇਹਨੂੰ ਚੌਲ ਮਿਲੇ ਸਨ, ਉਹ ਵੀ ਡੁੱਲ ਗਏ। ਨੀਂਦ ਦੇ ਵਿੱਚ ਹੀ ਕੁਰਲਾ ਉੱਠਿਆ, ਬੜਾ ਦੁਖੀ ਹੋਇਆ ਕਿ ਮਸਾਂ ਭੁੱਖ ਮਿਟਾਉਣ ਵਾਸਤੇ ਕੁਝ ਮਿਲਿਆ ਸੀ, ਉਹ ਵੀ ਮਿੱਟੀ ਦੇ ਵਿੱਚ ਮਿਲ ਗਿਆ, ਖਾਣ ਯੋਗ ਨਹੀਂ ਰਿਹਾ। ਚੀਕਾਂ ਮਾਰ ਕੇ ਉੱਠਿਆ ਤੇ ਨਾਲ ਦੀ ਨਾਲ ਇਹ ਸੁਪਨਾ ਖਤਮ ਹੋ ਗਿਆ, ਨੀਂਦ ਖੁੱਲ੍ਹ ਗਈ, ਜਾਗ ਪਿਆ। ਜਾਗ ਕੇ ਵੇਖਿਆ ਵੀ ਆਹ ਕੀ ਹਾਲਤ ਹੋਈ, ਆਹ ਕੀ ਗੱਲ ਹੋਈ। ਮੈਂ ਤਾਂ ਰਾਜਾ, ਰਾਜ ਆਸਣ ਦੇ ਉੱਤੇ, ਰਾਜ ਸਿੰਘਾਸਣ ਦੇ ਉੱਤੇ ਸੁੱਤਾ ਪਿਆ ਆਪਣੇ ਪਲੰਘੇ ਦੇ ਉੱਤੇ ਬੜੇ ਸੁੱਖ ਆਰਾਮ ਦੇ ਨਾਲ, ਪਰ ਮੈਂ ਇੰਨਾ ਦੁਖੀ ਕਿਉਂ ਹੋ ਗਿਆ। ਫਿਰ ਸੋਚਿਆ ਕਿ ਇਹ ਸੁਪਨਾ ਸੀ। ਸੁਪਨੇ ਵਿੱਚ ਅਛਤ ਰਾਜ ਵਿਛਰਤ ਦੁੱਖ ਪਾਇਆ। ਅਛਤ ਨਾਮ ਹੈ ਹੁੰਦਿਆਂ ਸੁੰਦਿਆਂ ਦਾ, ਰਾਜ ਦੇ ਹੁੰਦਿਆਂ ਸੁੰਦਿਆਂ ਉਹਨੇ ਵੇਖੋ ਕਿੰਨਾ ਦੁੱਖ ਪਾਇਆ ਸੁਪਨੇ ਦੇ ਵਿੱਚ। ਸੋਗਤ ਭਈ ਹਮਾਰੀ, ਭਗਤ ਜੀ ਕਹਿੰਦੇ ਇਹੋ ਜੀ ਸਾਡੀ ਹਾਲਤ ਹੈ ਸੰਸਾਰ ਦੇ ਜੀਵਾਂ ਦੀ। ਸਭ ਕੁਝ ਹੁੰਦਿਆਂ ਸੁੰਦਿਆਂ, ਪਰਮਾਤਮਾ ਦੀ ਅੰਸ਼ ਹੁੰਦਿਆਂ ਹੋਇਆਂ ਵੀ ਅਸੀਂ ਫਿਰ ਵੀ ਦੁਖੀ ਹੁੰਦੇ ਫਿਰਦੇ ਹਾਂ ਸੰਸਾਰ ਨੂੰ ਸੱਤ ਮੰਨ ਕੇ। ਹਾਲਾਂਕਿ ਦ੍ਰਿਸ਼ਟਮਾਨ ਹੈ ਸਗਲ ਮਥਿਨਾ, ਇਹ ਸਾਰਾ ਸੰਸਾਰ ਜਿਹੜਾ ਮਿਥਿਆ ਹੈ। ਸੋ ਇਹ ਜਿਹੜੀਆਂ ਆਪਣੀਆਂ ਜਿਹੜੀਆਂ ਵਾਸ਼ਨਾਵਾਂ ਹਨ ਇਹ ਆਪਣੇ ਆਪ ਦੇ ਵਿੱਚ ਹੀ ਮਿਲ ਕੇ ਇਹ ਖਤਮ ਹੋ ਜਾਂਦੀਆਂ। ਸਮ ਸੁਪਨੇ ਮਿਲ ਜਾਏ, ਜਿਵੇਂ ਸੁਪਨਾ ਹੈ, ਸੁਪਨਾ ਖਤਮ ਹੁੰਦਿਆਂ ਸਾਨੂੰ ਸੋਝੀ ਹੋ ਜਾਂਦੀ ਹੈ। ਆਦ ਅੰਤ ਜਿਉ ਨੀਂਦ ਮੈਂ ਆਤਮ ਜਾਨੋ ਭਾਏ। ਸਤਿਗੁਰੂ ਜੀ ਹੋਰ ਖੋਲ ਕੇ ਦੱਸਦੇ ਆ, ਕਹਿੰਦੇ ਆਦ ਤੇ ਅੰਤ ਨੂੰ ਦੇਖੋ। ਨੀਂਦ ਦਾ ਜਿਹੜਾ ਆਦ ਤੇ ਅੰਤ ਹੈ, ਜਦੋਂ ਨੀਂਦ ਦਾ ਆਦ ਸੀ, ਆਰੰਭ ਹੋਈ ਸੀ, ਤੁਸੀਂ ਜਾਗਦੇ ਸੀ, ਉਦੋਂ ਸੁਪਨਾ ਨਹੀਂ ਸੀ। ਔਰ ਨੀਂਦ ਦਾ ਜਦੋਂ ਅੰਤ ਹੁੰਦਾ ਹੈ, ਸੁਪਨਾ ਟੁੱਟ ਜਾਂਦਾ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਨੇ ਤਾਂ ਇਹ ਸੰਸਾਰ ਨੂੰ ਵੀ ਸੁਪਨੇ ਦੀ ਨਿਆਈ ਆਖਿਆ। ਐਸੋ ਇਹ ਸੰਸਾਰ ਵੇਖਣਾ ਰਹਿਣ ਨਾ ਕੋ ਪਈ ਹੈ ਰੇ। ਸੋ ਇਹ ਸੰਸਾਰ ਵੀ ਸੁਪਨੇ ਦੀ ਨਿਆਈ ਹੈ। ਸਮ ਸੁਪਨੇ ਜਿਉ ਜਾਨ, ਇਹ ਸੰਸਾਰ ਨੂੰ ਵੀ ਸੁਪਨੇ ਦੇ ਬਰਾਬਰ ਜਾਣਨਾ ਕਰੋ। ਤੇ ਸਤਿਗੁਰੂ ਜੀ ਕਹਿੰਦੇ ਆਦ ਅਤੇ ਅੰਤ ਨੂੰ ਵੇਖੋ। ਜਿਵੇਂ ਨੀਂਦ ਦਾ ਆਦ ਅਤੇ ਅੰਤ ਹੈ ਤੇ ਇਸੇ ਪ੍ਰਕਾਰ ਕਹਿੰਦੇ ਵਿਚਕਾਰਲਾ ਸੁਪਨਾ ਹੁੰਦਾ। ਇਸੇ ਤਰ੍ਹਾਂ ਸੰਸਾਰ ਨੂੰ ਸੁਪਨੇ ਦੀ ਨਿਆਈ ਜਾਣੋ ਕਿ ਇਹ ਸੁਪਨਾ ਆ ਰਿਹਾ ਹੈ। ਦੁਨਿਆਵੀ ਸੁਪਨੇ ਅਤੇ ਇਹ ਸੰਸਾਰ ਰੂਪੀ ਸੁਪਨੇ ਵਿੱਚ ਗੁਰਮੁਖ ਪਿਆਰਿਓ ਫਰਕ ਸਿਰਫ ਇੰਨਾ ਕੁ ਹੈ ਕਿ ਜਿਹੜਾ ਆਪਾਂ ਨੂੰ ਸਰੀਰਕ ਰੂਪ ਦੇ ਵਿੱਚ ਸੁਪਨਾ ਆਉਂਦਾ ਨਾ ਦੁਨੀਆ ਦੇ ਵਿੱਚ ਸੁੱਤੇ ਪਿਆਂ, ਇਹ ਰਾਤ ਵਾਲਾ ਸੁਪਨਾ ਜਿਹੜਾ ਉਹ ਉਸ ਵੇਲੇ ਸ਼ੁਰੂ ਹੁੰਦਾ ਹੈ ਜਦੋਂ ਸਾਡੀਆਂ ਅੱਖਾਂ ਬੰਦ ਹੁੰਦੀਆਂ, ਅਤੇ ਸੁਪਨਾ ਖਤਮ ਉਸ ਵੇਲੇ ਹੁੰਦਾ ਹੈ ਜਦੋਂ ਸਾਡੀਆਂ ਅੱਖਾਂ ਖੁੱਲ੍ਹ ਜਾਂਦੀਆਂ, ਅਸੀਂ ਜਾਗ ਪੈਂਦੇ ਹਾਂ। ਇਹ ਸੰਸਾਰ ਰੂਪੀ ਸੁਪਨਾ ਜਿਹੜਾ ਰਾਤ ਵਾਲੇ ਸੁਪਨੇ ਨਾਲੋਂ ਵੱਖਰਾ ਕਿਵੇਂ ਹੈ? ਇਹ ਸਤਿਗੁਰੂ ਜੀ ਕਹਿੰਦੇ ਸੁਪਨਾ ਸ਼ੁਰੂ ਉਸ ਵੇਲੇ ਹੁੰਦਾ ਜਦੋਂ ਤੂੰ ਅੱਖਾਂ ਖੋਲ੍ਹਦਾ ਇਸ ਸੰਸਾਰ ਵਿੱਚ ਆ ਕੇ, ਅਤੇ ਬੰਦ ਖਤਮ ਇਹ ਸੁਪਨੇ ਨੇ ਉਸ ਦਿਨ ਹੋਣਾ ਜਿਸ ਦਿਨ ਤੂੰ ਅੱਖਾਂ ਮੀਟ ਗਿਆ, ਭਾਵ ਪਰਲੋਕ ਗਮਨ ਕਰ ਗਿਆ, ਇਹ ਸੰਸਾਰ ਤੋਂ ਚਲਿਆ ਗਿਆ। ਸੋ ਸਤਿਗੁਰ ਸੱਚੇ ਪਾਤਸ਼ਾਹ ਸੰਸਾਰ ਦੀ ਨਾਸ਼ਮਾਨਤਾ ਨੂੰ ਸਮਝਾਉਂਦਿਆਂ ਇਹ ਆਦ ਅੰਤ ਦੀ ਉਦਾਹਰਣ ਦਿੰਦੇ ਆ ਕਿ ਨੀਂਦ ਦੇ ਆਰੰਭ ਵਿੱਚ ਔਰ ਨੀਂਦ ਦੇ ਅੰਤ ਵਿੱਚ ਸਭ ਕੁਝ ਸੱਤ ਹੈ, ਵਿਚਕਾਰ ਜਿਹੜਾ ਆਇਆ ਸੁਪਨਾ ਉਹ ਅਸੱਤ ਹੈ। ਇਸ ਪ੍ਰਕਾਰ ਆਤਮ ਜਾਨੋ ਭਾਏ, ਆਤਮਾ ਨੂੰ ਵੀ ਇਸੇ ਪ੍ਰਕਾਰ ਜਾਣਨਾ ਕਰੋ ਕਿ ਜਦੋਂ ਸਰੀਰ ਧਾਰਨ ਕਰ ਲਿਆ
ਤੇ ਇਹ ਸੰਸਾਰ ਵਿੱਚ ਆਇਆ, ਇਹ ਸੱਤ ਕਰਕੇ ਮੰਨਣ ਲੱਗ ਗਿਆ। ਸਰੀਰ ਧਾਰਨ ਕਰਨ ਤੋਂ ਪਹਿਲਾਂ ਵੀ ਸੱਤ ਸੀ, ਕਿਉਂਕਿ ਪਰਮਾਤਮਾ ਦੀ ਅੰਸ਼ ਸੀ। ਤੇ ਇਸੇ ਪ੍ਰਕਾਰ ਜਦੋਂ ਸਰੀਰ ਇਹ ਛੱਡ ਜਾਣਾ ਹੈ, ਉਦੋਂ ਵੀ ਪਰਮਾਤਮਾ ਦੇ ਵਿੱਚ ਲੀਨ ਹੋ ਜਾਣਾ ਹੈ ਆਪਣੇ ਕਰਮਾਂ ਦੇ ਮੁਤਾਬਕ। ਇਸ ਪ੍ਰਕਾਰ ਜਾਣਨਾ ਕਰੋ ਆਤਮਾ ਬਾਬਤ। ਇਹੀ ਜੋਗ ਕੀ ਰੀਤ ਹੈ, ਮੈਂ ਤੋਹੇ ਕਈ ਬਣਾਏ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਇਹੋ ਹੀ ਯੋਗ ਦੀ ਰੀਤ ਹੈ, ਜਿਹੜੇ ਯੋਗ ਸਾਧਨਾ ਸਾਧਿਆ। ਜਾਂ ਯੋਗ ਨਾਮ ਹੈ ਜੁੜਨ ਦਾ, ਪਰਮਾਤਮਾ ਦੇ ਨਾਮ ਦੇ ਨਾਲ ਜੁੜਨ ਦੀ, ਸੰਸਾਰ ਨੂੰ ਅਸਤ ਕਰਕੇ ਮੰਨਣ ਦੀ, ਪਰਮਾਤਮਾ ਦੇ ਨਾਮ ਨੂੰ ਤ੍ਰੈ ਕਾਲ ਅਬਦ ਤਵੰ ਸਤ ਤਵੰ, ਕਿ ਪਰਮਾਤਮਾ ਦਾ ਨਾਮ ਜੋ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ ਹੈ। ਇਹਨੂੰ ਜਾਣਨ ਦੀ ਰੀਤੀ ਹੀ ਇਹ ਹੈ। ਇਹ ਕਿਸਮ, ਇਹ ਪ੍ਰਕਾਰ, ਜਾਂ ਇਹ ਕਹਿ ਲਓ ਇਹ ਮਿਤ ਮਰਿਆਦਾ ਜਾਂ ਤਰੀਕਾ ਹੀ ਇਹ ਹੈ। ਇਹੀ ਯੋਗ ਕੀ ਰੀਤ ਹੈ। ਪਰਮਾਤਮਾ ਦੇ ਨਾਲ ਯੋਗ ਜੁੜਨ ਦੀ ਰੀਤੀ ਹੀ ਇਹ ਹੈ, ਜਿਹੜੀ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮੈਂ ਤੈਨੂੰ ਬਣਾ ਕੇ, ਸਵਾਰ ਕੇ, ਚੰਗੀ ਤਰ੍ਹਾਂ ਸਮਝਾ ਕੇ ਕਹਿਣਾ ਕੀਤੀ ਹੈ। ਸੋ ਇੱਥੋਂ ਤੱਕ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਕਿ ਸੰਸਾਰ ਕਿਵੇਂ ਨਾਸ਼ਵਾਨ ਹੈ ਔਰ ਉਹ ਬ੍ਰਹਮ ਕਿਵੇਂ ਸੱਤ ਹੈ। ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਇਸੇ ਤਰ੍ਹਾਂ ਦੇ ਹੋਰ ਡੂੰਘੇ ਅਧਿਆਤਮਕ ਬਚਨ ਜਿਹੜੇ ਕਰਨਗੇ, ਉਪਦੇਸ਼ ਦੇਣਗੇ। ਅਰਦਾਸਾਂ ਜਿਹੜੀਆਂ ਪੰਜ ਜੋਗੀਆਂ ਦੀਆਂ, ਪੰਜ ਅਰਦਾਸਾ ਜੋਗ ਕੀ ਸੋਹੰ ਹੰਸਾ ਹੇਤ, ਕੁੰਡਲੀ ਪ੍ਰਾਣ ਅਪਾਨ ਕੋ ਸਤਿਗੁਰ ਰਾਖੈ ਚੇਤ। ਕੁੰਡਲਿਨੀ ਨਾੜੀ ਨੂੰ ਕਿਵੇਂ ਜਾਗਰਤ ਕਰਦੇ ਹੈਗੇ ਜੋਗੀ, ਔਰ ਪ੍ਰਾਣ ਅਪਾਨ ਦੀ ਜਿਹੜੀ ਕਿਰਿਆ ਉਹ ਕਿਵੇਂ ਕਰਦੇ ਆ, ਪ੍ਰਾਣਾਯਾਮ ਕਿਵੇਂ ਕਰਦੇ ਆ, ਭੁਜੰਗਮਾ ਨਾੜੀ ਨੂੰ ਕਿਵੇਂ, ਔਰ ਦਸਮ ਦੁਆਰ ਸਵਾਸ ਕਿਵੇਂ ਚੜਾਉਂਦੇ ਆ, ਕਿਸ ਪ੍ਰਕਾਰ ਦੇ ਪੰਜ ਸ਼ਬਦ ਜਿਹੜੇ ਆ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਉਹ ਕਿਵੇਂ ਇੱਕ ਜੋਗੀ ਦੇ, ਇੱਕ ਜੁੜੇ ਹੋਏ ਦੇ ਵੱਜਦੇ ਆ। ਸੋ ਇਹਨਾਂ ਸਾਰਿਆਂ ਨੂੰ ਆਪਾਂ ਕੱਲ੍ਹ ਵਿਸਥਾਰ ਪੂਰਵਕ ਆਪਾਂ ਸਰਵਣ ਕਰਾਂਗੇ। ਅੱਜ ਦੀ ਕਥਾ ਵਿਚਾਰ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਇੱਥੇ ਹੀ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨ। ਅਸੀਂ ਵੀ ਇਹ ਸੰਸਾਰ ਦੀ ਨਾਸ਼ਵਾਨਤਾ ਨੂੰ ਜਾਣੀਏ, ਜਿਵੇਂ ਰਾਗੀ ਸਿੰਘਾਂ ਨੇ ਬੜੇ ਪ੍ਰੇਮ ਦੇ ਨਾਲ ਗੁਰੂ ਕੀ ਬਾਣੀ ਦੇ ਬਚਨ ਸਰਵਣ ਕਰਵਾਏ ਔਰ ਕਥਾ ਵਿੱਚ ਵੀ ਇਹੋ ਪ੍ਰਕਰਨ ਚੱਲਿਆ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਆਓ ਸਮਾਪਤੀ ਦੀਆਂ ਦੋ ਤੁਕਾਂ ਪੜ੍ਹ ਕੇ ਸਮਾਪਤੀ ਵਿੱਚ ਸ਼ਾਮਲ ਹੋਈਏ, ਫਿਰ ਅਰਦਾਸ ਵਿੱਚ ਹਾਜ਼ਰ ਹੋਈਏ ਜੀ। ਆਦ ਅੰਤ ਜਿਉ ਨੀਂਦ ਮੈਂ ਆਤਮ ਜਾਨੋ ਪਾਏ, ਇਹੀ ਜੋਗ ਕੀ ਰੀਤ ਹੈ, ਮੈਂ ਤੁਹੇ ਕਹੀ ਬਨਾਏ। हे गोविंद हे गोपाल हे दयाल लाल, प्राणनाथ अनाथ सखे दीन दर्द निवार। हे समरथ आगम पूरन मोहे मया तार, अंधकूप महाभयान नानक पार। आए प्रभ शरणागति किरपा निध दयाल, एक अखर हर मन बसत नानक होत निहाल। वाहिगुरु जी का खालसा, वाहिगुरु जी की फतेह।